सब थाए होए सहाय, सब थाए होए सहाय, सब थाए होए सहाय, होए सहाय। ना मैला ना धुंधला, ना भगवान कच, नानक लालो लाल है, सच्चे रता सच। थोप जा कह रहे कह मैं समावे, जे जन सब सुनते कौन दिख पावे, कह जन पुरनित से पक्षमावे, अगम गोच साहिब सलवण सतपुर गुरु उपदेशया, नानक सुनावे सच, गुरु उपदेशया, नानक सुनावे। कि थोप जे कह रहे के मैं समावे, जी जान सब किस्म के कौन कीमत पावे, कहते हैं सुनन तुसे भग सुहावे, अगम गोचर साहिबो दुसल व न लाए, सच पूरे गुरु उपदेशया, नानक सुनाए, सच पूरे गुरु उपदेशया, नानक सुनावे। श्लोक। पावन गुरु पाणी पिता माता धरत महत, देश रात दाई दाया, खेलै सगल जगत, चंगियाइयां बुराइयां वाचे धर्म दूर, करमी आपो अपनी के नेड़े के दूर। जिनी नाम ते आया गाय मशक्कत काल, नानक ते मुख उजले केती छुट्टी नाल। जिनी नाम ते आया गए मशक्कत काल, नानक ते मुख उजले केती छुट्टी नाल। वाहेगुरु जी का खालसा, वाहेगुरु जी की फतेह। श्री वाहिगुरु जी। गुरु नानक पाद सिमरो
ਅੰਗਦ ਦੋ ਗੁਰ ਅਮਰਦਾਸ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਸਤਿਗੁਰ ਪਰਮ ਸ਼੍ਰੀ ਗੁਰੂ ਗੋਬਿੰਦ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਤਾਤੇ ਤੁਮਰੋ ਪਰਖਨ ਕਰਕੇ ਬਹੁਰੋਂ ਦੇ ਉਪਦੇਸ਼ ਵਿਚਰ ਕੇ। ਹੋ ਉਦਾਰ ਤੋ ਦੀਜੇ ਸਭਈ ਹੋਏ ਹੈ ਗਿਆਨ ਪ੍ਰਾਪਤ ਤਬਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਇਕੱਤਰ ਹੋਈ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਫੱਗਣ ਦੇ ਮਹੀਨੇ ਦੀ ਸਕਰਾਂਤ ਦਾ ਦਿਨ ਜਾਣਦਿਆਂ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲ ਔਰ ਸਕਾਰਥਾ ਕਰ ਰਹੇ। ਫਾਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੀ ਆਏ। ਇਹ ਖੇੜੇ ਦੀ ਰੁੱਤ ਹੈ। ਪਾਤਸ਼ਾਹ ਕਹਿੰਦੇ ਜਿਵੇਂ ਫੱਗਣ ਦੇ ਮਹੀਨੇ 'ਚ ਸਾਰੀ ਬਨਸਪਤੀ ਵਿੱਚ ਉਪਜਣ ਦੀ ਬਿਰਤੀ ਪੈਦਾ ਹੁੰਦੀ ਹੈ, ਭਾਵ ਪੱਤ ਝੜ ਤੋਂ ਬਾਅਦ ਦਰਖਤਾਂ ਵਿੱਚ ਨਵੇਂ ਪੱਤੇ ਪੈਦਾ ਹੁੰਦੇ ਹੈ। ਏਦਾਂ ਜਗਿਆਸੂ ਦੇ ਹਿਰਦੇ 'ਚ ਆਨੰਦ ਪੈਦਾ ਹੋਇਆ।
ਕਿਉਂਕਿ ਹਰੀ ਅਕਾਲ ਪੁਰਖ ਵਾਹਿਗੁਰੂ ਸੱਜਣ ਤਿਨਾਂ ਦੇ ਹਿਰਦੇ ਵਿੱਚ ਆ ਕੇ ਪ੍ਰਗਟ ਹੋ ਗਿਆ, ਸਾਖਸ਼ਾਤਕਾਰ ਹੋ ਗਿਆ। ਗੁਰੂ ਚਰਨਾਂ ਚ ਰਜੋਈ ਹੈ, ਅਰਦਾਸ ਹੈ ਕਿ ਇਹ ਮਹੀਨਾ ਵੀ ਸਤਿਗੁਰਾਂ ਦੀ ਸੰਗਤ ਕਰਦਿਆਂ, ਸੇਵਾ ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ, ਭਜਨ ਕਰਦਿਆਂ ਸੁੱਖਾਂ ਦਾ ਬਤੀਤ ਹੋਵੇ। ਲੜੀਵਾਰ ਕਥਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਆਪ ਜੀ ਬਹੁਤ ਹੀ ਅਦਬ, ਸਤਿਕਾਰ, ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ। ਗਰੀਬ ਨਵਾਜ ਜੀ ਬਸੀਹਰਪੁਰ ਨਗਰ ਵਿੱਚ ਪਹੁੰਚੇ ਨੇ, ਮਨੀਪੁਰ, ਜਿੱਥੇ ਭਾਈ ਮਰਦਾਨਾ ਜੀ ਭਾਈ ਝੰਡਾ ਬਾਢੀ ਜੀ ਦੇ ਘਰ ਗਏ ਹਨ। ਉੱਥੇ ਇੱਕ ਨੇਕ ਨੀਅਤ ਇਨਸਾਨ ਭਾਈ ਇੰਦਰ ਸੈਨ ਨਾਲ ਇਹਨਾਂ ਦਾ ਮੇਲ ਹੋਇਆ। ਭਾਈ ਝੰਡਾ ਤੇ ਭਾਈ ਇੰਦਰ ਸੈਨ ਦੋਵੇਂ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰ ਹੋਏ ਨੇ। ਭਾਈ ਝੰਡਾ ਜੀ ਪ੍ਰਸ਼ਾਦਾ ਪਕਾ ਕੇ ਸਤਿਗੁਰਾਂ ਦੇ ਚਰਨਾਂ 'ਚ ਲਿਆਏ ਨੇ, ਜਿਹਦੇ 5 ਹਿੱਸੇ ਕੀਤੇ ਹਨ। ਇੱਕ ਹਿੱਸਾ ਭਾਈ ਮਰਦਾਨਾ ਜੀ ਨੂੰ ਛਕਣ ਵਾਸਤੇ ਦੇ ਦਿੱਤਾ, 4 ਹਿੱਸੇ ਰੱਖ ਲਏ ਸੀ। ਭਾਈ ਝੰਡਾ ਬਾਢੀ ਜੀ ਨੂੰ ਭੇਜਿਆ ਕਿ ਭਾਈ ਇੰਦਰ ਸੈਨ ਨੂੰ ਬੁਲਾ ਕੇ ਲਿਆਓ। ਭਾਈ ਇੰਦਰ ਸੈਨ ਜੀ ਭਾਈ ਝੰਡਾ ਜੀ ਦੇ ਨਾਲ ਚੱਲ ਕੇ ਗੁਰੂ ਚਰਨਾਂ 'ਚ ਆਏ ਹਨ। ਗਿਆਨ ਦੀ ਆਚਨਾ ਕੀਤੀ ਹੈ, ਮਹਾਰਾਜ ਕਿਰਪਾ ਕਰੋ, ਸਾਨੂੰ ਸਾਡੇ ਨਿਜਾਪੇ ਦੀ ਸੋਝੀ ਪ੍ਰਦਾਨ ਕਰੋ, ਸਾਨੂੰ ਸਾਡੇ ਨਿਜ ਸਰੂਪ ਦਾ ਗਿਆਨ ਪ੍ਰਦਾਨ ਕਰੋ। ਤਾਂ ਉਸ ਵੇਲੇ ਗੁਰੂ ਬਾਬਾ ਜੀ ਨੇ ਜੋ ਪਾਵਨ ਬਚਨ ਉਚਾਰਨ ਕੀਤੇ ਹਨ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਾਂਤੇ ਤੁਮਰੋ ਪਰਖਨ ਕਰਕੇ। ਸਤਿਗੁਰੂ ਜੀ ਨੂੰ ਜਦੋਂ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਉਪਦੇਸ਼ ਦਿਓ, ਤੇ ਗੁਰਦੇਵ ਕਹਿੰਦੇ ਗੁਰਦਕਸ਼ਿਣਾ ਦਿਓ। ਪਹਿਲਾਂ ਗੁਰੂ ਦਖਣਾ ਦਿਓਗੇ, ਫਿਰ ਅਸੀਂ ਤੁਹਾਨੂੰ ਵੇਖਾਂਗੇ ਪਰਖ ਕੇ ਕਿ ਉਪਦੇਸ਼ ਦੇਣਾ ਕਿ ਨਹੀਂ ਦੇਣਾ। ਇਸ ਕਰਕੇ ਅਸੀਂ ਤੁਹਾਨੂੰ ਪਰਖਣਾ ਹੈ। ਬੋਰੋਂ ਦੇ ਉਪਦੇਸ਼ ਵਿਚਰ ਕੇ। ਤੁਹਾਨੂੰ ਪਰਖ ਕੇ ਫਿਰ ਅਸੀਂ ਵਿਚਾਰ ਕੇ ਤੁਹਾਨੂੰ ਉਪਦੇਸ਼ ਦੇਵਾਂਗੇ। ਹੋ ਉਦਾਰ ਤੋ ਦੀਜੇ ਸਭਈ। ਜੇ ਤੁਹਾਡੇ ਹਿਰਦੇ 'ਚ ਉਦਾਰਤਾ ਹੈ ਤੇ ਤੁਹਾਡੇ ਕੋਲ ਜੋ ਹੈ ਉਹ ਸਭ ਕੁਝ ਸਾਨੂੰ ਅਰਪਣ ਕਰ ਦਿਓ। ਹੋਏ ਹੈ ਗਿਆਨ ਪ੍ਰਾਪਤ ਤਬਈ। ਸਤਿਗੁਰੂ ਜੀ ਕਹਿੰਦੇ ਜਦੋਂ ਤੁਸੀਂ ਆਪਣਾ ਸਭ ਕੁਝ ਅਰਪਣ ਕਰ ਦਿਓਗੇ, ਫਿਰ ਤੁਹਾਡੇ ਹਿਰਦੇ 'ਚ ਗਿਆਨ ਉਪਜਾਵੇਗਾ, ਫਿਰ ਤੁਹਾਡੇ ਹਿਰਦੇ 'ਚ ਗਿਆਨ ਦੀ ਉਤਪਤੀ ਹੋਵੇਗੀ। ਕਹਿਣ ਲਗੇ ਹਮਰਾ ਤਨ ਤਾਨਾ। ਕਹਿਣ ਲੱਗੇ ਮਹਾਰਾਜ ਜੀ ਸਾਡੇ ਕੋਲ ਜਿਤਨਾ ਧਨ ਹੈ, ਧਾਨ ਹੈ, ਸੰਪਦਾ ਹੈ, ਵਿਭੂਤੀ ਹੈ, ਸਦਨ ਸਹਿਤ ਤੁਮ ਚਰਨ ਚੜਾਨਾ। ਸਾਡੇ ਘਰ-ਬਾਰ ਜਿਤਨਾ ਕੁਝ ਵੀ ਹੈ ਸਾਡੇ ਕੋਲ, ਆਪਣੇ ਘਰ ਦੇ ਸਮੇਤ ਸਭ ਕੁਝ ਅਸੀਂ ਤੁਹਾਡੇ ਚਰਨਾਂ 'ਚ ਚੜਾਵਾ ਚੜਾਉਂਦੇ ਆ, ਤੁਹਾਨੂੰ ਅਰਪਣ ਕਰਦੇ ਹਾਂ। ਮਹਾਰਾਜ ਜੀ ਨੇ ਕਿਹਾ ਨਾ ਵੀ ਪਹਿਲਾਂ ਗੁਰਦਕਸ਼ਿਣਾ ਦਿਓ ਫਿਰ ਉਪਦੇਸ਼ ਦਿਆਂਗੇ। ਕਹਿੰਦੇ ਜੀ ਸਾਡੇ ਕੋਲ ਜਿਤਨਾ ਵੀ ਧਨ, ਧਾਨ, ਸੰਪਦਾ, ਵਿਭੂਤੀ, ਆਪਣੇ ਘਰਾਂ ਦੇ ਸਮੇਤ ਸਭ ਕੁਝ ਮਹਾਰਾਜ ਜੀ ਅਸੀਂ ਤੁਹਾਡੇ ਚਰਨਾਂ 'ਚ ਚੜਾਉਂਦੇ ਹਾਂ, ਤੁਹਾਡੇ ਚਰਨਾਂ 'ਚ ਅਰਪਣ ਕਰਦੇ ਹਾਂ। ਹਮਨੇ ਗ੍ਰਹਿਣ ਕਰੇ ਅਬ ਕੋ। ਇਹਦੇ ਵਿੱਚ ਹੁਣ ਜੋ ਕੁਝ ਵੀ ਹੈ, ਧਨ, ਧਾਨ, ਘਰ-ਬਾਰ, ਸੰਪਦਾ, ਵਿਭੂਤੀ, ਅਸੀਂ ਉਹਦੇ ਵਿੱਚੋਂ ਕੁਝ ਵੀ ਗ੍ਰਹਿਣ ਨਹੀਂ ਕਰਾਂਗੇ। ਸਭ ਕੁਝ ਤੁਹਾਡਾ, ਚਾਹੇ ਉਹ ਘਰ ਹੈ, ਸੰਪਦਾ ਹੈ, ਜ਼ਮੀਨਾਂ, ਜਾਇਦਾਦਾਂ, ਧਨ, ਧਾਨ, ਜੋ ਕੁਝ ਵੀ ਹੈ ਮਹਾਰਾਜ ਜੀ ਤੁਹਾਨੂੰ ਅਰਪਣ ਕਰ ਦਿੱਤਾ ਹੈ। ਉਹਦੇ ਵਿੱਚੋਂ ਹੁਣ ਅਸੀਂ ਕੁਝ ਵੀ ਗ੍ਰਹਿਣ ਨਹੀਂ ਕਰਾਂਗੇ। ਜੋ ਸਰਬੰਸ ਹੁਤੇ ਦੀਏ ਸੋ। ਜੋ ਸਾਡੇ ਕੋਲ ਸੀ ਮਹਾਰਾਜ ਜੀ ਅਸੀਂ ਉਹ ਸਭ ਕੁਝ ਤੁਹਾਨੂੰ ਦੇ ਦਿੱਤਾ, ਅਰਪਣ ਕਰ ਦਿੱਤਾ ਹੈ। ਪੁੰਨ ਬੋਲੇ
ਸ਼੍ਰੀ ਮੁਖ ਸੁਖ ਰਾਸਾ। ਜਦੋਂ ਭਾਈ ਇੰਦਰ ਸੈਨ ਤੇ ਭਾਈ ਝੰਡਾ ਜੀ ਨੇ ਇਦਾਂ ਬੇਨਤੀ ਕੀਤੀ, ਸੁਣ ਕੇ ਕਿਰਪਾ ਨਿਧਾਨ, ਕਰੁਣਾ ਨਿਧਾਨ, ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਬੇਦੀਆਂ ਦੀ ਕੁੱਲ ਦੇ ਦੀਪ ਸਾਹਿਬ ਜੀ ਬੋਲੇ, ਅਬ ਕਿਆ ਰਿਓ ਤੁਮਾਰੇ ਪਾਸਾ। ਮਹਾਰਾਜ ਜੀ ਕਹਿੰਦੇ ਸਾਰਾ ਕੁਝ ਅਰਪ ਕੇ ਹੁਣ ਤੁਹਾਡੇ ਕੋਲ ਪਿੱਛੇ ਕੀ ਬਚਿਆ? ਇਹ ਘਰ-ਬਾਰ, ਸੰਪਦਾ, ਤਨ ਧਨ ਸਭ ਕੁਝ ਦੇਣ ਤੋਂ ਬਾਅਦ ਤੁਹਾਡੇ ਕੋਲ ਪਿੱਛੇ ਬਾਕੀ ਕੀ ਰਹਿ ਗਿਆ ਹੈ? ਕਰ ਵਿਚਾਰ ਉੱਤਰ ਕੈ ਧੀਰਾ। ਔਰ ਵਿਚਾਰ ਕਰਕੇ ਸਾਨੂੰ ਧੀਰਜ ਸਹਿਤ ਜਵਾਬ ਦਿਓ। ਹਮਰੇ ਟਿਗ ਅਬ ਏਕ ਸਰੀਰਾ। ਇਹ ਬੋਲੇ ਦੋਵੇਂ ਵਿਚਾਰ ਕਰਕੇ ਨਾ ਚੰਗੀ ਤਰ੍ਹਾਂ ਵੀ ਸਾਡੇ ਕੋਲ ਹੁਣ ਕੀ ਰਹਿ ਗਿਆ? ਜੋ ਸਭ ਕੁਝ ਸੀ ਅਸੀਂ ਪਹਿਲਾਂ ਅਰਪਣ ਕਰ ਦਿੱਤਾ, ਪਿੱਛੇ ਕੀ ਰਹਿ ਗਿਆ? ਵਿਚਾਰ ਕਰਕੇ ਦੋਵੇਂ ਬੋਲੇ, ਕਹਿਣ ਲੱਗੇ ਮਹਾਰਾਜ ਜੀ ਸਾਡੇ ਕੋਲ ਸਾਡਾ ਸਰੀਰ ਰਹਿ ਗਿਆ, ਹੁਣ ਕੇਵਲ ਆ ਜਿਹੜਾ ਤਨ ਹੈ, ਤਨ ਅਸੀਂ ਸਾਰਾ ਅਰਪਣ ਕਰ ਦਿੱਤਾ, ਪਿੱਛੇ ਆ ਜਿਹੜਾ ਤਨ ਹੈ, ਸਰੀਰ ਹੈ, ਇਹ ਸਾਡੇ ਕੋਲ ਰਹਿ ਗਿਆ ਹੈ। ਔਰ ਨਹੀਂ ਕੋ ਵਸਤ ਸਮੀਪਾ। ਮਹਾਰਾਜ ਇਹਦੇ ਤੋਂ ਇਲਾਵਾ ਹੋਰ ਕੋਈ ਵੀ ਵਸਤੂ ਇਸ ਵਕਤ ਸਾਡੇ ਪਾਸ, ਸਾਡੇ ਸਮੀਪ ਨਹੀਂ ਰਹੀ। ਪੁਨ ਬੋਲੇ ਬੇਦੀ ਕੁਲ ਦੀਪਾ। ਜਦੋਂ ਇਹਨਾਂ ਨੇ ਇਹ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਕੋਲ ਕੇਵਲ ਸਾਡਾ ਸਰੀਰ ਹੀ ਬਾਕੀ ਰਹਿ ਗਿਆ, ਸੁਣ ਕੇ ਬੇਦੀਆਂ ਦੀ ਕੁਲ ਦੇ ਦੀਪ, ਬੇਦੀ ਕੁਲ ਸ਼੍ਰੋਮਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਕਰ ਵਿਚਾਰ ਦੇਖੋ ਮਨ ਮਾਈ। ਮਹਾਰਾਜ ਜੀ ਕਹਿੰਦੇ ਭਾਈ ਝੰਡਾ ਜੀ, ਭਾਈ ਇੰਦਰ ਸੈਨ ਜੀ, ਆਪਣੇ ਹਿਰਦੇ 'ਚ ਵਿਚਾਰ ਕਰਕੇ ਵੇਖੋ, ਚੰਗੀ ਤਰ੍ਹਾਂ ਆਪਣੇ ਹਿਰਦੇ 'ਚ ਵਿਚਾਰ ਕਰੋ। ਸਥਿਰ ਸਦਾ ਸਰੀਰ ਸੁਨਾਈ। ਕਿ ਆ ਜਿਹੜਾ ਸਰੀਰ ਹੈ ਇਹ ਸਦਾ ਸਥਿਰ ਨਹੀਂ ਹੈ, ਇਹ ਨਾਸ਼ਵਾਨ ਹੈ, ਇਹਨੇ ਬਿਨਸ ਜਾਣਾ ਹੈ, ਇਹ ਸदैवी ਤਾਂ ਨਹੀਂ ਹੈ। ਇਹਦੀ ਗੱਲ ਦੀ ਵਿਚਾਰ ਕਰੋ। ਇਹ ਤਨ ਹੋਏਗੋ ਭਸਮ ਕੀ ਢੇਰੀ। ਆ ਜਿਹੜਾ ਸਰੀਰ ਹੈ ਇਹਨੇ ਇੱਕ ਦਿਨ ਸਵਾਹ ਦੀ ਢੇਰੀ 'ਚ ਤਬਦੀਲ ਹੋ ਜਾਣਾ ਹੈ। ਇਹ ਸਰੀਰ ਨਾਸ਼ਵਾਨ ਹੈ, ਸदैवी ਸਥਿਰ ਨਹੀਂ ਹੈ। ਜਾਂ ਤੇ ਕਰੋ ਸਮਰਪਣ ਏਓ। ਮਹਾਰਾਜ ਜੀ ਕਹਿੰਦੇ ਜਿਹੜਾ ਸਰੀਰ ਬਿਨਸ ਹੀ ਜਾਣਾ ਹੈ, ਜਿਹੜਾ ਸਰੀਰ ਢਹਿ ਢੇਰੀ ਹੀ ਹੋ ਜਾਣਾ ਹੈ, ਏਦਾਂ ਕਰੋ ਭਾਈ ਝੰਡਾ ਜੀ, ਭਾਈ ਇੰਦਰ ਸੈਨ ਜੀ, ਇਹ ਜਿਹੜਾ ਬਿਨਸ ਜਾਣ ਵਾਲਾ ਸਰੀਰ ਹੈ ਇਹ ਵੀ ਸਾਨੂੰ ਅਰਪਣ ਕਰ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਜਿਹੜਾ ਇਹ ਢਹਿ ਢੇਰੀ ਹੋ ਹੀ ਜਾਣਾ, ਜਿਹਨੇ ਮਿਟ ਹੀ ਜਾਣਾ, ਨਾਸ ਹੀ ਹੋ ਜਾਣਾ, ਇਹ ਵੀ ਸਾਡੇ ਚਰਨਾਂ 'ਚ ਅਰਪਣ ਕਰ ਦਿਓ, ਇਹ ਵੀ ਸਾਨੂੰ ਸਮਰਪਣ ਕਰ ਦਿਓ। ਪਾਛੇ ਸ਼ਰਵਨ ਗਿਆਨ ਕਰ ਲਿਓ। ਸਰੀਰ ਸਾਨੂੰ ਭੇਟ ਕਰਕੇ ਬਾਅਦ ਵਿੱਚ ਤੁਸੀਂ ਸਾਡੇ ਕੋਲੋਂ ਗਿਆਨ ਸਰਵਣ ਕਰਿਓ। ਧਨ ਤੁਸੀਂ ਦੇ ਚੁੱਕੇ ਹੋ, ਤਨ ਵੀ ਇਹ ਜਿਹੜਾ ਨਸ਼ਵਰ ਹੈ, ਨਾਸ਼ਵਾਨ ਹੈ, ਇਹ ਵੀ ਸਾਨੂੰ ਦੇ ਦਿਓ। ਇਹਨੂੰ ਦੇਣ ਤੋਂ ਬਾਅਦ ਫਿਰ ਜਿਹੜਾ ਗਿਆਨ ਦਾ ਉਪਦੇਸ਼ ਹੈ ਉਹ ਤੁਸੀਂ ਸਰਵਣ ਕਰਿਓ। ਦੋਨੋਂ ਆਇਸ ਮਾਨ ਸਧੀਰਾ। ਉਹਨਾਂ ਨੇ ਸਤਿਗੁਰੂ ਜੀ ਦੀ ਆਗਿਆ ਬੜੇ ਧੀਰਜ ਸਹਿਤ ਮੰਨੀ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਕੀਤੀ। ਗੁਰ ਪਗ ਦਿਓ ਸਮਰਪ ਸਰੀਰਾ। ਕਹਿਣ ਲੱਗੇ ਮਹਾਰਾਜ ਅਸੀਂ ਆਪਣਾ ਇਹ ਤਨ ਵੀ ਤੁਹਾਡੇ ਚਰਨਾਂ 'ਚ ਅਰਪਣ ਕਰਦੇ ਹਾਂ। ਖਾਲਸਾ ਜੀ ਇਹਨੂੰ ਕਹਿੰਦੇ ਨੇ ਸਮਰਪਣ ਕਰਨਾ, ਲੈ ਚਿੰਤਨ ਕਰਦੇ ਹਾਂ। ਗੁਰੂ ਸਾਹਿਬ ਦੇ ਸਨਮੁਖ ਆਪ ਜੀ ਸਾਰੇ ਆਏ ਹੋ, ਨਮਸਕਾਰ ਕੀਤੀ ਹੈ। ਹਰ ਇੱਕ ਮਾਈ ਭਾਈ ਨੇ ਕੁਝ ਨਾ ਕੁਝ ਸਾਹਿਬ ਨੂੰ ਅਰਪਣ ਕੀਤਾ ਹੈ। ਕੋਈ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਆਇਆ ਹੈ, ਕਿਸੇ ਨੇ ਮਾਇਆ ਅਰਦਾਸੇ ਕਰਾਈ ਹੈ, ਕੋਈ ਫੁੱਲਾਂ ਦਾ ਸਿਹਰਾ ਸਾਹਿਬ ਜੀ ਲਈ ਲੈ ਕੇ ਆਇਆ ਹੈ। ਇੱਥੋਂ ਅਰਪਣ ਦੀ ਬਿਰਤੀ ਸ਼ੁਰੂ ਹੁੰਦੀ ਹੈ। ਇਹਨੂੰ ਅਰਪਦਿਆਂ ਇੱਕ ਦਿਨ ਐਸਾ ਆਵੇ ਕਿ ਧਨ ਦੇ ਨਾਲ ਨਾਲ ਇਹ ਤਨ ਵੀ ਸਤਿਗੁਰਾਂ ਨੂੰ ਅਰਪਣ ਕਰ ਦੇਣਾ, ਤਨ ਵੀ ਮਹਾਰਾਜ ਜੀ ਦੇ ਚਰਨਾਂ 'ਚ ਭੇਟ ਕਰ ਦੇਣਾ। ਭਾਈ ਇੰਦਰ ਸੈਨ ਤੇ ਭਾਈ ਝੰਡਾ ਬਾਢੀ ਜੀ ਨੇ ਇਹ ਵਿਚਾਰ ਕਰਕੇ ਆਪਣਾ ਤਨ ਸਰੀਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟ ਕੀਤਾ, ਅਰਪਣ ਕੀਤਾ ਹੈ। ਅਬ ਕਿਆ ਰਿਓ ਤੁਮਾਰੇ ਪਾਸੂ। ਮਹਾਰਾਜ ਜੀ ਕਹਿੰਦੇ ਭਾਈ ਇੰਦਰ ਸੈਨ ਜੀ, ਹੁਣ ਸਰੀਰ ਵੀ ਤੁਸੀਂ ਸਾਨੂੰ ਦੇ ਦਿੱਤਾ, ਹੁਣ ਵੇਖੋ ਤੁਹਾਡੇ ਕੋਲ ਪਿੱਛੇ ਕੀ ਬਚਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਵੇਖੋ ਸਤਿਗੁਰੂ ਕਿਤਨੀ ਸੂਖਮ ਖੇਡ ਦਰਸਾ ਰਹੇ ਨੇ, ਸੂਖਮ ਖੇਡ ਵਰਤਾ ਰਹੇ ਨੇ। ਕਿਉਂਕਿ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਨ ਵੀ ਦੇ ਦਿੱਤਾ ਗੁਰੂ ਚਰਨਾਂ 'ਚ, ਧਨ ਵੀ ਅਰਪਣ ਕਰ ਦਿੱਤਾ, ਪਿੱਛੇ ਮਨ ਰਹਿੰਦਾ ਸੀ। ਤੋ ਮਹਾਰਾਜ ਜੀ ਪੁੱਛਦੇ, ਕਹਿੰਦੇ ਸਰੀਰ ਤੁਸੀਂ ਅਰਪਣ ਕਰ ਦਿੱਤਾ, ਸਾਨੂੰ ਭੇਟ ਕਰ ਦਿੱਤਾ, ਹੁਣ ਇਹ ਦੱਸੋ ਵੀ ਤੁਹਾਡੇ ਕੋਲ ਪਿੱਛੇ ਬਾਕੀ ਕੀ ਬਚਿਆ, ਕੀ ਰਹਿ ਗਿਆ ਹੈ? ਦਿਓ ਬਤਾਏ ਬਚਨ ਕੈ ਆਸੂ। ਔਰ ਇਹ ਵਿਚਾਰ ਕਰਕੇ ਤੁਸੀਂ ਸਾਨੂੰ ਦੱਸੋ ਕਿ ਤੁਹਾਡੇ ਕੋਲ ਪਿੱਛੇ ਕੀ ਬਚਿਆ ਹੈ। ਸੁਨ ਕਰ ਦੋਨੋਂ ਬੈਨ ਅਲਾਵਾ। ਸੁਣ ਕੇ ਦੋਵੇਂ ਬੋਲੇ, ਕਹਿਣ ਲੱਗੇ ਅਬ ਤੋ ਅੰਤੈ ਕਰਨ ਰਹਾਵਾ। ਕਹਿਣ ਲੱਗੇ ਮਹਾਰਾਜ ਜੀ ਹੁਣ ਤਾਂ ਸਾਡੇ ਕੋਲ ਅੰਤਸ਼ਕਰਨ ਹੀ ਬਾਕੀ ਬਚਿਆ। ਅੰਤਸ਼ਕਰਨ ਦੀਆਂ 4 ਬਿਰਤੀਆਂ ਹੁੰਦੀਆਂ, ਮਨ, ਬੁੱਧ, ਚਿੱਤ ਤੇ ਅਹੰਕਾਰ। ਕਹਿਣ ਲੱਗੇ ਮਹਾਰਾਜ ਜੀ ਹੁਣ ਤਾਂ ਸਾਡੇ ਕੋਲੇ ਅੰਤਸ਼ਕਰਨ ਹੀ ਬਾਕੀ ਬਚਿਆ ਹੈ। ਜਾਂ ਤੇ ਦੂਜੀ ਵਸਤ ਨ ਕੋਈ। ਇਹਦੇ ਤੋਂ ਇਲਾਵਾ ਮਹਾਰਾਜ ਜੀ ਸਾਡੇ ਕੋਲ ਕੋਈ ਦੂਜੀ ਵਸਤੂ ਬਾਕੀ ਨਹੀਂ ਰਹੀ। ਉਤੀ ਜੋ ਹਮ ਟਿਗ ਪਾਖੀ ਸੋਈ। ਮਹਾਰਾਜ ਜੀ ਜੋ ਸਾਡੇ ਕੋਲ ਸੀ ਉਹ ਤੁਹਾਨੂੰ ਦੱਸ ਦਿੱਤਾ ਹੈ। ਸ਼੍ਰੀ ਗੁਰ ਬੋਲੇ ਬਹੁਰ ਪ੍ਰਬੀਨਾ। ਸੁਣ ਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੋ ਮਹਾਨ ਪ੍ਰਬੀਨ ਨੇ, ਸਿਆਣਿਆਂ ਵਿੱਚੋਂ ਮਹਾਨ ਸਿਆਣੇ ਨੇ, ਸਭ ਨੂੰ ਸੋਝੀ ਪ੍ਰਦਾਨ ਕਰਨ ਵਾਲੇ ਨੇ, ਗਰੀਬ ਨਵਾਜ ਪਾਤਸ਼ਾਹ ਜੀ ਬੋਲੇ, ਯੈ ਪੀ ਪੰਜ ਤਤ ਨੇ ਕੀਨਾ। ਮਹਾਰਾਜ ਜੀ ਕਹਿੰਦੇ ਭਾਈ ਇੰਦਰ ਸੈਨ ਇਹ ਤਨ 5 ਤੱਤਾਂ ਦਾ ਬਣਿਆ ਹੋਇਆ ਸੀ। ਕਹਿੰਦੇ ਜੀ ਹਾਂ, 5 ਤੱਤਾਂ ਦਾ ਬਣਿਆ ਸਰੀਰ ਜੇ ਤੁਸੀਂ ਸਾਨੂੰ ਭੇਟ ਕਰ ਦਿੱਤਾ ਹੈ, ਤੇ ਜਿਹੜਾ ਇਹ ਅੰਤਸ਼ਕਰਨ ਹੈ ਇਹ ਵੀ ਤਾਂ 5 ਤੱਤਾਂ ਦਾ ਹੀ ਬਣਿਆ ਹੋਇਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। 5 ਤੱਤਾਂ ਦੀ ਸ਼ੁੱਧ ਸਤੋਗੁਣ ਅੰਸ਼ ਤੋਂ ਸਾਡਾ ਅੰਤਸ਼ਕਰਨ ਬਣਿਆ। ਰਜੋਗੁਣ ਤੋਂ ਸਰੀਰ ਬਣਿਆ, ਤਮੋਗੁਣ ਤੋਂ ਸਰੀਰ ਬਣਿਆ, ਰਜੋਗੁਣ ਤੋਂ ਇੰਦਰੀਆਂ ਬਣੀਆਂ ਨੇ, ਔਰ 5 ਤੱਤਾਂ ਦੀ ਸਤੋਗੁਣ ਅੰਸ਼ ਤੋਂ ਸਾਡਾ ਅੰਤਸ਼ਕਰਨ ਬਣਿਆ। ਮਹਾਰਾਜ ਜੀ ਕਹਿੰਦੇ ਇਹ ਵੀ ਤਾਂ 5 ਤੱਤਾਂ ਦਾ ਬਣਿਆ ਹੋਇਆ ਹੈ। ਜਾਂ ਕੋ ਕਾਰਨ ਹੋਏ ਅਸਤਿ। ਮਹਾਰਾਜ ਜੀ ਕਹਿੰਦੇ ਜਿਹਦਾ ਕਾਰਨ ਅਸਤ ਹੋਵੇ, ਝੂਠ ਹੋਵੇ। ਹੁਣ 5 ਤੱਤ ਜਿਹੜੇ ਨੇ ਅਸਾਰ ਨੇ ਨਾ, ਨਸ਼ਵਰ ਨੇ, ਨਾਸ਼ਵਾਨ ਨੇ। ਮਹਾਰਾਜ ਕਹਿੰਦੇ ਜੇ 5 ਤੱਤ ਨਾਸ਼ਵਾਨ ਹਨ, ਸੋ ਕਾਰਜ ਨੇ ਪਿਖੀਅਤ ਸਤਿ। ਉਹਨਾਂ 5 ਤੱਤਾਂ ਤੋਂ ਫਿਰ ਜਿਹੜੀ ਅੱਗੇ ਚੀਜ਼ ਬਣੀ ਅੰਤਸ਼ਕਰਨ, ਉਹ ਸਤ ਕਿਵੇਂ ਹੋਵੇਗੀ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ ਇਹ ਬੜੇ ਸੂਖਮ ਬਚਨ ਨੇ ਗੁਰੂ ਨਾਨਕ ਸਾਹਿਬ ਜੀ ਦੇ, ਬੜੇ ਧਿਆਨ ਤੇ ਇਕਾਗਰਤਾ ਨਾਲ ਸੁਣ ਕੇ ਸਮਝ ਆਉਣੇ ਆ। ਕਹਿਣ ਲੱਗੇ ਜੇ 5 ਤੱਤ ਜਿਹੜੇ ਨੇ ਨਾਸ਼ਵਾਨ ਨੇ, ਕਾਰਨ ਹੈ, ਇਹਨਾਂ 5 ਤੱਤਾਂ ਦੇ ਕਾਰਨ ਤੋਂ ਅੰਤਸ਼ਕਰਨ ਬਣਿਆ, ਇਹ ਕਾਰਜ ਹੈ। ਜੇ ਕਾਰਨ ਹੀ ਝੂਠ ਹੈ ਤੇ ਫਿਰ ਉਹਦਾ ਕਾਰਜ ਕਿਵੇਂ ਸੱਚ ਹੋ ਸਕਦਾ ਹੈ? ਹਾਂਜੀ, ਤਾਂ ਤੇ ਅੰਤੈ ਕਰਨ ਜੋ ਥਾਰੋ। ਇਸ ਕਰਕੇ ਤੁਹਾਡਾ ਅੰਤਸ਼ਕਰਨ ਵੀ ਅਸਤ ਹੈ। ਮਹਾਰਾਜ ਜੀ ਕਹਿੰਦੇ ਵੀ ਅਸਤ ਹੈ, ਇਹ ਹੈ ਹੀ ਨਹੀਂ। ਮਹਾਰਾਜ ਜੀ ਕਹਿੰਦੇ ਜਿਹੜਾ ਤੁਹਾਡਾ ਐਸਾ ਨਾਸ਼ ਹੋ ਜਾਣ ਵਾਲਾ ਅੰਤःਕਰਨ ਹੈ, ਸੋ ਅਬਦੀ ਕਰ ਹਿਰਦੈ ਵਿਸਾਰੋ। ਉਹ ਅੰਤਸ਼ਕਰਨ ਤੁਸੀਂ ਹੁਣ ਸਾਡੇ ਚਰਨਾਂ 'ਚ ਭੇਟ ਕਰ ਦਿਓ ਔਰ ਆਪਣੇ ਹਿਰਦੇ 'ਚ ਉਸ ਅੰਤਸ਼ਕਰਨ ਨੂੰ ਵਿਸਾਰ ਦਿਓ। ਪੁਨ ਤੁਮ ਗਿਆਨ ਆਨੰਦ ਸਮਾਵੋ। ਜਦੋਂ ਤੁਸੀਂ ਆਪਣਾ ਅੰਤਸ਼ਕਰਨ ਸਾਨੂੰ ਦੇ ਦਿਓਗੇ, ਮਹਾਰਾਜ ਜੀ ਕਹਿੰਦੇ ਫਿਰ ਤੁਸੀਂ ਗਿਆਨ ਆਨੰਦ ਵਿੱਚ ਵਿਲੀਨ ਹੋ ਜਾਓਗੇ, ਫਿਰ ਤੁਸੀਂ ਗਿਆਨ ਆਨੰਦ ਦੀ ਅਵਸਥਾ ਦੇ ਵਿੱਚ ਪਹੁੰਚੋਗੇ। ਸੰਸੈ ਹੋਏ ਜੋ ਹਮੇ ਬਤਾਵੋ। ਹੁਣ ਦੱਸੋ ਜੇ ਤੁਹਾਡੇ ਕੋਈ ਸੰਸਾ ਰਹਿ ਗਿਆ ਮਨ 'ਚ ਤਾਂ ਉਹ ਸਾਨੂੰ ਦੱਸ ਦਿਓ, ਅਸੀਂ ਤੁਹਾਡਾ ਸੰਸਾ ਨਿਵਾਰਾਂਗੇ। ਅਸ ਪ੍ਰਕਾਰ ਜਬ ਗੁਰ ਨੇ ਬਰਨਾ। ਇਸ ਪ੍ਰਕਾਰ ਜਦੋਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ, ਅੰਤੈ ਕਰਨ ਸਮਰਪਿਉ ਚਰਨਾ। ਕਹਿਣ ਲੱਗੇ ਮਹਾਰਾਜ ਜੀ 7 ਬਚਨ ਅਸੀਂ ਆਪਣਾ ਅੰਤਸ਼ਕਰਨ ਵੀ ਤੁਹਾਡੇ ਚਰਨਾਂ 'ਚ ਅਰਪਣ ਕਰਦੇ ਹਾਂ। ਅਸੀਂ ਆਪਣਾ ਜਿਹੜਾ ਅੰਤःਕਰਨ ਹੈ ਇਹ ਵੀ ਤੁਹਾਡੇ ਚਰਨਾਂ 'ਚ ਅਰਪਦੇ ਹਾਂ। ਜਬ ਤਨ ਤਨ ਮਨ ਦੀਨ ਚੜਾਈ। ਏਦਾਂ ਜਦੋਂ ਇਹਨਾਂ ਨੇ ਤਨ, ਧਨ ਤੇ ਮਨ
ਇਹ ਤਿੰਨੇ ਗੁਰੂ ਸਾਹਿਬ ਦੇ ਚਰਨਾਂ 'ਚ ਚੜਾਵਾ ਚੜਾ ਦਿੱਤਾ, ਅਰਪਣ ਕਰ ਦਿੱਤੇ। ਤਿੰਨੇ ਹੀ ਮਹਾਰਾਜ ਜੀ ਨੂੰ ਅਰਪ ਦਿੱਤੇ। ਨਾਨਕ ਜੀ ਤਬ ਗਿਰਾ ਅਲਾਈ। ਫਿਰ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿਣ ਲੱਗੇ, ਜੋ ਸੰਸਾ ਅਬ ਤੁਮ ਉਰਮਾਈ। ਮਹਾਰਾਜ ਜੀ ਕਹਿੰਦੇ, ਜੀ ਹੁਣ ਤੁਸੀਂ ਤਨ ਮਨ ਧਨ ਦੇ ਦਿੱਤਾ ਸਾਨੂੰ? ਕਹਿੰਦੇ, ਹਾਂ ਮਹਾਰਾਜ ਜੀ, ਅਸੀਂ ਤਿੰਨੇ ਤੁਹਾਨੂੰ ਅਰਪ ਦਿੱਤੇ ਆ। ਪਾਤਸ਼ਾਹ ਕਹਿੰਦੇ, ਹੁਣ ਦੱਸੋ ਤੁਹਾਡੇ ਅੰਦਰ ਕੀ ਸਵਾਲ ਹੈ? ਗੁਰਦੇਵ ਕਹਿੰਦੇ, ਤੁਹਾਡੇ ਅੰਦਰ ਜੇ ਕੋਈ ਸੰਸ਼ਾ ਹੈ, ਸੰਦੇਹ ਹੈ, ਉਹ ਹੁਣ ਦੱਸੋ ਕੀ ਸੰਦੇਹ ਹੈ? ਕਹੋ ਲਿਓ ਉੱਤਰ ਸਭ ਤਾਈ। ਜਿਹੜਾ ਸੰਸ਼ਾ ਤੁਸੀਂ ਦੱਸੋਗੇ, ਪ੍ਰਗਟ ਕਰੋਗੇ, ਉਸ ਸੰਸ਼ੇ ਦਾ ਜਵਾਬ, ਉਹਦਾ ਉੱਤਰ, ਉਹ ਅਸੀਂ ਤੁਹਾਨੂੰ ਦੇਵਾਂਗੇ। ਤਬ ਸੰਕਲਪ ਉਠਾਵਾ ਦੋ। ਫਿਰ ਦੋਨਾਂ ਨੇ ਮਨ 'ਚ ਸੰਕਲਪ ਕੀਤਾ। ਜਦੋਂ ਸਤਿਗੁਰਾਂ ਆਖਿਆ ਨਾ ਵੀ ਪੁੱਛੋ ਕੀ ਸਵਾਲ ਹੈ ਤੁਹਾਡਾ, ਕੀ ਸੰਸ਼ਾ ਹੈ, ਤੁਹਾਨੂੰ ਅਸੀਂ ਜਵਾਬ ਦੇਵਾਂਗੇ। ਦੋਨਾਂ ਨੇ ਸੁਣ ਕੇ ਮਨ 'ਚ ਸੰਕਲਪ ਕੀਤਾ, ਜੋ ਸੰਸੈ ਹੋਏ ਭਾਖੇ ਸੋ। ਕਿ ਜਿਹੜਾ ਸਾਡੇ ਅੰਦਰ ਸੰਸ਼ਾ ਹੋਵੇ, ਉਹ ਅਸੀਂ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਪੁੱਛੀਏ ਵੀ ਸਾਡੇ ਅੰਦਰ ਜੇ ਕੋਈ ਸੰਸ਼ਾ ਹੈ, ਉਹਦਾ ਬਾਰੇ ਮਹਾਰਾਜ ਜੀ ਦੇ ਕੋਲੋਂ ਪੁੱਛੀਏ। ਗੁਰੂ ਪਨੇ ਸੰਕਲਪੇ ਜੋ। ਜਦੋਂ ਇਹ ਮਨ 'ਚ ਸੋਚਣ ਲੱਗੇ ਨਾ ਵੀ ਕੀ ਸਵਾਲ ਕਰੀਏ, ਗੁਰੂ ਸਾਹਿਬ ਨੂੰ ਕੀ ਪੁੱਛੀਏ, ਮਨ 'ਚ ਸੋਚਣ ਲੱਗੇ, ਸੰਕਲਪ ਕਰਨ ਲੱਗੇ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਹਨਾਂ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਪਏ। ਮਨ ਕੋ ਧਰਮ ਜਾਣੀਏ ਸੋ। ਮਹਾਰਾਜ ਜੀ ਕਹਿੰਦੇ, ਭਾਈ ਇੰਦਰ ਸੈਨ, ਸੰਕਲਪ ਤੇ ਵਿਕਲਪ ਕਰਨਾ ਮਨ ਦਾ ਧਰਮ ਹੈ। ਜਿਹੜੇ ਫੁਰਨੇ ਕਫੁਰਨੇ ਨੇ ਮਨ 'ਚ ਪੈਦਾ ਹੁੰਦੇ ਆ, ਸੰਕਲਪ ਵਿਕਲਪ ਮਨ 'ਚ ਪੈਦਾ ਹੁੰਦੇ ਹਨ। ਮਨ ਤੋਂ ਹਮੇ ਸਮਰਪਣ ਕੀਨੋ। ਮਹਾਰਾਜ ਜੀ ਕਹਿੰਦੇ, ਮਨ ਤਾਂ ਤੁਸੀਂ ਸਾਨੂੰ ਭੇਟ ਕਰ ਦਿੱਤਾ, ਤੇ ਸਾਨੂੰ ਅਰਪਣ ਕੀਤੀ ਹੋਈ ਵਸਤੂ ਨੂੰ ਕਿਉਂ ਵਰਤ ਰਹੇ ਹੋ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੀ ਸਾਨੂੰ ਦੇ ਦਿੱਤੀ ਉਹ ਫਿਰ ਵਰਤੀ ਜਾਂਦੇ ਹੋ, ਨਾਲੇ ਕਹਿੰਦੇ ਹੋ ਮਹਾਰਾਜ ਤੁਹਾਡਾ ਮਨ। ਜੇ ਮਨ ਸਾਨੂੰ ਦੇ ਦਿੱਤਾ ਤੇ ਫਿਰ ਇਹਦੀ ਵਰਤੋਂ ਕਰਨ ਦਾ ਹੁਣ ਤੁਹਾਡਾ ਹੱਕ ਨਹੀਂ ਰਹਿ ਗਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸੀਂ ਕੋਈ ਵਸਤੂ ਸਤਿਗੁਰਾਂ ਦੇ ਚਰਨਾਂ 'ਚ ਅਰਪਣ ਕਰਨ ਤੋਂ ਬਾਅਦ ਕਹਿੰਦੇ ਆ ਮੈਂ ਹੰਡਾਣੀ ਹੈ, ਮੈਂ ਵਰਤਣੀ ਹੈ। ਅਸੀਂ ਆਖਿਆ ਗੁਰਦੇਵ ਨੂੰ ਅਰਪ ਦਿੱਤੀ ਹੈ, ਹੁਣ ਸਤਿਗੁਰਾਂ ਦੀ ਹੈ। ਸਤਿਗੁਰੂ ਜੀ ਉਹਨੂੰ ਰੱਖਣ, ਤੋੜਨ, ਭੰਨਣ, ਕਿਸੇ ਖੂਹ 'ਚ ਸੁੱਟਣ ਤੇ ਭਾਵੇਂ ਗਲ ਨਾਲ ਲਾਣ, ਇਹ ਤਾਂ ਗੁਰੂ ਦੀ ਮਰਜ਼ੀ ਹੈ, ਇਹ ਤਾਂ ਸਤਿਗੁਰਾਂ ਦੀ ਮਰਜ਼ੀ ਹੈ ਨਾ। ਸਾਡਾ ਹੁਣ ਕੋਈ ਹੱਕ ਨਹੀਂ ਰਹਿ ਗਿਆ ਉਹਦੇ ਤੇ। ਇਹ ਹਲੇ ਸੋਚ ਹੀ ਰਹੇ ਸੀ ਮਨ 'ਚ ਵੀ ਕੀ ਸਵਾਲ ਕਰੀਏ, ਤੇ ਸਤਿਗੁਰੂ ਜੀ ਕਹਿੰਦੇ ਵੀ ਸੰਕਲਪ ਵਿਕਲਪ ਕਰਨਾ ਦਾ ਮਨ ਦਾ ਧਰਮ ਹੈ, ਤੇ ਮਨ ਤੁਸੀਂ ਸਾਨੂੰ ਪਹਿਲਾਂ ਦੇ ਬੈਠੇ ਹੋ, ਮਨ ਤੁਸੀਂ ਸਾਨੂੰ ਪਹਿਲਾਂ ਅਰਪਣ ਕਰ ਬੈਠੇ ਹੋ। ਨਿਜ ਕਾਰਜਿਤ ਕਿਉਂ ਪੁੰਨ ਲੀਨੋ। ਜਿਹੜਾ ਮਨ ਸਾਨੂੰ ਦੇ ਦਿੱਤਾ ਉਹਨੂੰ ਆਪਣੇ ਕੰਮ ਲਈ ਕਿਉਂ ਵਰਤਦੇ ਹੋ ਬਈ? ਖਬਰਦਾਰ, ਹੁਣ ਇਹ ਜਿਹੜੇ ਮਨ ਤੁਸੀਂ ਸਾਨੂੰ ਦਿੱਤੇ ਆ, ਇਹਨਾਂ ਦੀ ਵਰਤੋਂ ਤੁਸੀਂ ਨਹੀਂ ਜੇ ਕਰਨੀ। ਪਾਤਸ਼ਾਹ ਕਹਿੰਦੇ ਇਹਦਾ ਸਾਨੂੰ ਅਰਪਣ ਕਰ ਦਿੱਤੇ ਆ, ਸਾਨੂੰ ਅਰਪਣ ਕੀਤੇ ਹੋਏ ਮਨਾਂ ਨੂੰ ਹੁਣ ਤੁਸੀਂ ਨਹੀਂ ਵਰਤ ਸਕਦੇ, ਇਹਨਾਂ ਨੂੰ ਆਪਣੇ ਕਾਰਜ ਵਾਸਤੇ ਕਿਉਂ ਵਰਤਦੇ ਹੋ? ਗੁਰੂ ਕੋ ਭੇਟ ਦਈ ਵਥ ਜੋ ਜਨ। ਜਿਹੜਾ ਜਨ ਆਪਣੇ ਗੁਰੂ ਦੇ ਚਰਨਾਂ 'ਚ ਕੋਈ ਭੇਟਾ ਵਸਤੂ ਅਰਪਣ ਕਰਦਾ ਹੈ, ਪੁਨ ਤੈ ਸੰਗ ਨ ਕਛੂ ਪ੍ਰੋਜਨ। ਫਿਰ ਸਿੱਖ ਦਾ ਜਾਂ ਉਸ ਜਨ ਦਾ ਉਸ ਵਸਤੂ ਨਾਲ ਕੋਈ ਪ੍ਰਯੋਜਨ ਨਹੀਂ ਰਹਿ ਜਾਂਦਾ। ਜਿਹੜੀ ਗੁਰੂ ਨੂੰ ਭੇਟਾ ਕਰ ਦਿੱਤੀ, ਉਹਦੇ ਤੇ ਫਿਰ ਕਿਸੇ ਸਿੱਖ ਦਾ ਕੋਈ ਹੱਕ ਨਹੀਂ ਰਹਿ ਜਾਂਦਾ, ਜਿਹਨੇ ਅਰਪਣ ਹੀ ਕਰ ਦਿੱਤੀ ਗੁਰੂ ਚਰਨਾਂ 'ਚ। ਬਹੁਤ ਸਾਰੇ ਗੁਰਸਿੱਖ ਨੇ ਜਿਹੜੇ ਗੁਰੂ ਚਰਨਾਂ 'ਚ ਭੇਟਾਵਾਂ ਅਰਪਣ ਕਰਦੇ ਆ, ਪਰ ਬਹੁਤਿਆਂ ਵਿੱਚੋਂ ਕੁਝ ਇਹੋ ਜਿਹੇ ਵੀ ਹੁੰਦੇ ਆ ਜਿਹੜੇ 10-10 ਸਾਲ ਬਾਅਦ ਆ ਕੇ ਵੀ ਪੁੱਛਦੇ ਆ, ਮੈਂ ਫਲਾਣਾ ਕੂਲਰ ਦਿੱਤਾ ਸੀ ਗੁਰਦੁਆਰੇ, ਕਿੱਥੇ ਆ ਬਈ? ਮੈਂ 5 ਗਲੀਚੇ ਜਾਂ 6 ਗਲੀਚੇ ਦਿੱਤੇ ਸੀ ਅੱਜ ਤੋਂ 7-8 ਸਾਲ ਪਹਿਲਾਂ ਜੀ, ਕਿੱਥੇ ਨੇ ਜੀ? ਉਹ ਆ ਕੇ ਪੁੱਛਦੇ ਹੁੰਦੇ ਆ ਵੀ ਉਹ ਸਾਡੇ ਦਿੱਤੇ ਹੋਏ ਐ। ਇਹ ਸਿੱਖ ਦਾ ਧਰਮ ਨਹੀਂ ਹੈ। ਜਿਹੜੀ ਭੇਟਾ ਗੁਰੂ ਚਰਨਾਂ 'ਚ ਅਰਪਣ ਕਰ ਦਿੱਤੀ, ਉਹ ਗੁਰੂ ਨੇ ਵਰਤਣੀ ਹੈ। ਉਹਦੇ ਤੇ ਫਿਰ ਮਹਾਰਾਜ ਜੀ ਕਹਿੰਦੇ ਕਿਸੇ ਜਨ ਦਾ ਜਿਹਨੇ ਅਰਪਣ ਹੀ ਕਰ ਦਿੱਤੀ, ਉਹਦਾ ਉਹਦੇ ਤੇ ਕੋਈ ਹੱਕ ਨਹੀਂ ਹੈ। ਜਿਵੇਂ ਕਿਸੇ ਵੇਚੀ ਹੋਈ ਚੀਜ਼ ਤੇ ਹੱਕ ਨਹੀਂ ਨਾ ਹੁੰਦਾ ਸਾਡਾ। ਕੋਈ ਵਸਤੂ ਵੇਚ ਦਈਏ, ਜ਼ਮੀਨ ਵੇਚ ਦਈਏ, ਕੋਈ ਹੋਰ ਸਾਡੇ ਕੋਲ ਬਹੁਤ ਕੁਝ ਅਸੀਂ ਵੇਚੀਏ, ਵੇਚਣ ਤੋਂ ਬਾਅਦ ਉਹਦੇ ਤੇ ਹੱਕ ਤਾਂ ਨਹੀਂ ਹੁੰਦਾ ਸਾਡਾ।
ਇਸੇ ਤਰ੍ਹਾਂ ਜਦੋਂ ਗੁਰੂ ਚਰਨਾਂ 'ਚ ਮਨ ਵੇਚ ਹੀ ਦਿੱਤਾ ਤੇ ਫਿਰ ਉਸ ਮਨ ਤੇ ਸਾਡਾ ਕੋਈ ਹੱਕ ਨਹੀਂ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮਹਾਰਾਜ ਜੀ ਕਹਿੰਦੇ ਮਨ ਤੁਸੀਂ ਸਾਨੂੰ ਦੇ ਦਿੱਤਾ ਹੈ, ਉਸ ਮਨ ਨੂੰ ਹੁਣ ਤੁਸੀਂ ਵਰਤ ਰਹੇ ਹੋ, ਠੀਕ ਨਹੀਂ ਹੈ। ਕਿਉਂਕਿ ਜਿਹੜੀ ਵਸਤੂ ਕਿਸੇ ਜਨ ਨੇ ਗੁਰੂ ਨੂੰ ਅਰਪਣ ਕਰ ਦਿੱਤੀ, ਪੁਨ ਤੇ ਸੰਗ ਨਾ ਕਛੂ ਪ੍ਰਯੋਜਨ, ਫਿਰ ਉਸ ਵਸਤੂ ਨਾਲ ਉਹਦਾ ਕੋਈ ਪ੍ਰਯੋਜਨ ਨਹੀਂ। ਨੈ ਸੰਕਲਪ ਉਠਾਵੋ ਕੋ। ਇਸ ਕਰਕੇ ਆਪਣੇ ਮਨ 'ਚ ਕੋਈ ਸੰਕਲਪ ਨਾ ਕਰੋ। ਹੁਣ ਜਦੋਂ ਮਨ ਦੇ ਹੀ ਸਾਨੂੰ ਦਿੱਤਾ, ਫਿਰ ਉਹਦੇ 'ਚ ਸੰਕਲਪ ਕਰਨ ਦਾ, ਫੁਰਨੇ ਕਰਨ ਦਾ ਵੀ ਤੁਹਾਨੂੰ ਕੋਈ ਹੱਕ ਨਹੀਂ। ਨਿਸ਼ਚੇ ਕਰਨ ਲਗੇ ਪੁਨ ਦੋ। ਇਹ ਕਹਿਣ ਲੱਗੇ ਗੱਲ ਤਾਂ ਸਹੀ ਹੈ, ਫਿਰ ਨਿਸ਼ਚਾ ਕਰਨ ਲੱਗ ਪਏ। ਜਦੋਂ ਵੇਖਿਆ ਨਾ ਵੀ ਮਨ 'ਚ ਫੁਰਨਾ ਨਹੀਂ ਕਰਨਾ, ਤੇ ਫਿਰ ਇਹ ਨਿਸ਼ਚਾ ਕਰਨ ਲੱਗ ਪਏ। ये तो सत बचन सुख कर को। ਨਿਸ਼ਚਾ ਕਰਨ ਲੱਗੇ ਵੀ ਗੁਰੂ ਸਾਹਿਬ ਜਿਹੜੇ ਬਚਨ ਕਹਿ ਰਹੇ ਨੇ ਤਾਂ ਬੜੇ ਸੱਚ ਨੇ, ਬਿਲਕੁਲ ਸਾਡੇ ਹਿੱਤ ਵਿੱਚ ਨੇ। मन हम कीन समर्पण गुर को। ਕਿ ਅਸੀਂ ਤਾਂ ਮਨ ਗੁਰੂ ਨੂੰ ਦੇ ਦਿੱਤਾ। ਨਿਸ਼ਚਾ ਕਰਨ ਲੱਗੇ ਹੁਣ ਕਿ ਅਸੀਂ ਤਾਂ ਮਨ ਗੁਰੂ ਨੂੰ ਦੇ ਦਿੱਤਾ। लख तिन उर की पंकज नैना। ਜਦੋਂ ਇਹਨਾਂ ਨੇ ਇਹ ਸੋਚਿਆ ਨਾ ਵੀ ਅਸੀਂ ਗੁਰੂ ਨੂੰ ਮਨ ਦੇ ਦਿੱਤਾ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਫਿਰ ਇਹਨਾਂ ਦੇ ਅੰਦਰ ਦੀ ਜਾਣ ਕੇ ਬੋਲੇ। श्री मुख ते इव उचरे बैना। ਸਤਿਗੁਰੂ ਜੀ ਆਪਣੇ ਮੁਖੋਂ ਉਚਰੇ ਬੋਲੇ, ਕਹਿਣ ਲੱਗੇ अब तुम निश्चा ਤਾਰਤ ਜੋ। ਮਹਾਰਾਜ ਜੀ ਕਹਿੰਦੇ ਭਾਈ ਇੰਦਰ ਸੈਨ ਜੀ, ਭਾਈ ਝੰਡਾ ਬਾਢੀ ਜੀ, ਆ ਜਿਹੜਾ ਹੁਣ ਤੁਸੀਂ ਆਪਣੇ ਮਨ 'ਚ ਨਿਸ਼ਚਾ ਕਰ ਰਹੇ ਹੋ, ਨਿਸ਼ਚਾ ਕਰ ਰਹੇ ਹੋ ਨਾ ਵੀ ਅਸੀਂ ਆਪਣਾ ਮਨ ਗੁਰੂ ਜੀ ਨੂੰ ਦੇ ਦਿੱਤਾ, ਇਹ ਤਾਂ ਬਿਲਕੁਲ ਸਹੀ ਹੈ। ਇਹ ਨਿਸ਼ਚਾ ਜਿਹੜਾ ਤੁਸੀਂ ਆਪਣੇ ਅੰਦਰ ਕਰ ਰਹੇ ਹੋ, ये तो धर्म बुद्ध को हो। ਇਹ ਨਿਸ਼ਚਾ ਕਰਨਾ ਧਰਮ ਹੈ ਬੁੱਧੀ ਦਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮਨ ਫੁਰਨੇ ਕਰਦਾ। ਮੰਨ ਲਓ ਮਨ ਨੇ ਦੋ ਵਿਚਾਰਾਂ ਕੀਤੀਆਂ। ਮਨ 'ਚ ਆਇਆ ਘਰੋਂ ਟੁਰਨ ਵੇਲੇ ਵੀ ਗੁਰਦੁਆਰੇ ਜਾਈਏ, ਦੂਜਾ ਫੁਰਨਾ ਆਇਆ ਵੀ ਰਹਿਣ ਦੇਈਏ। ਦੋ ਫੁਰਨੇ ਹੋ ਗਏ। ਡਿਸਾਈਡ ਨਹੀਂ ਕੀਤਾ ਮਨ ਨੇ, ਉਹਨੇ ਫੁਰਨੇ ਕੀਤੇ। ਕਿਉਂਕਿ ਸਾਡੇ ਸਰੀਰ ਵਿੱਚ ਜੋ ਵੀ ਪਰਮੇਸ਼ਰ ਨੇ ਬਣਾਇਆ, ਸਭ ਨੇ ਆਪਣਾ ਆਪਣਾ ਕੰਮ ਕਰਨਾ। ਅੱਖਾਂ ਆਪਣਾ ਕੰਮ ਕਰ ਰਹੀਆਂ ਨੇ, ਦਿਲ ਆਪਣਾ ਕੰਮ ਕਰ ਰਿਹਾ, ਗੁਰਦੇ ਆਪਣਾ ਕੰਮ ਕਰ ਰਹੇ ਨੇ, ਅੰਤਾਂ ਆਪਣਾ ਕੰਮ ਕਰ ਰਹੀਆਂ ਨੇ। ਇਸੇ ਤਰ੍ਹਾਂ ਮਨ ਆਪਣਾ ਕੰਮ ਕਰਦਾ, ਬੁੱਧੀ ਆਪਣਾ ਕੰਮ ਕਰਦੀ ਹੈ। ਮਨ ਦਾ ਕੰਮ ਹੈ ਫੁਰਨੇ ਕਰਨਾ। ਹੁਣ ਫੁਰਨਾ ਕਰ ਲਿਆ ਵੀ ਗੁਰਦੁਆਰੇ ਜਾਈਏ, ਦੂਜਾ ਫੁਰਨਾ ਆਇਆ ਵੀ ਰਹਿਣ ਦੇਈਏ। ਬੁੱਧੀ ਨੇ ਨਿਸ਼ਚਾ ਕੀਤਾ ਨਹੀਂ ਵੀ ਜਾਣਾ, ਉਹ ਡਿਸਾਈਡ ਕਰਨਾ, ਫੈਸਲਾ ਬੁੱਧੀ ਨੇ ਕੀਤਾ। ਉਹਨੂੰ ਕਹਿੰਦੇ ਨੇ ਨਿਸ਼ਚਾ ਕਰਨਾ, ਜਿਹਨੂੰ ਕਹਿੰਦੇ ਨੇ ਚਿੱਤ। ਪਾਤਸ਼ਾਹ ਕਹਿੰਦੇ ਕਿ ਜਿਹੜਾ ਤੁਸੀਂ ਇਹ ਆਪਣੇ ਮਨ 'ਚ ਨਿਸ਼ਚਾ ਕਰ ਰਹੇ ਹੋ ਵੀ ਅਸੀਂ ਆਪਣਾ ਮਨ ਗੁਰੂ ਨੂੰ ਅਰਪਣ ਕਰ ਦਿੱਤਾ, ਇਹ ਤਾਂ ਤੁਹਾਡੀ ਬੁੱਧੀ ਦਾ ਧਰਮ ਹੈ। ਹਾਂਜੀ। ਸੋ ਦੀਨੀ ਗੁਰ ਦਛਨ ਮਾਈ। ਤੇ ਉਹ ਤਾਂ ਤੁਸੀਂ ਅੰਤਸ਼ਕਰਨ ਦੇ ਨਾਲ ਸਾਨੂੰ ਪਹਿਲਾਂ ਹੀ ਭੇਟ ਕਰ ਦਿੱਤੀ ਹੈ। ਕਿਉਂਕਿ ਜਦੋਂ ਕਿਹਾ ਨਾ ਵੀ ਅੰਤਸ਼ਕਰਨ ਵਿੱਚ ਮਨ ਵੀ ਹੈ, ਅੰਤਸ਼ਕਰਨ ਵਿੱਚ ਬੁੱਧੀ ਵੀ ਹੈ। ਮਹਾਰਾਜ ਕਹਿੰਦੇ ਜਿਸ ਬੁੱਧੀ ਨਾਲ ਤੁਸੀਂ ਨਿਸ਼ਚਾ ਕਰ ਰਹੇ ਹੋ ਵੀ ਅਸੀਂ ਆਪਣਾ ਮਨ ਗੁਰੂ ਨੂੰ ਦੇ ਦਿੱਤਾ ਹੈ, ਉਹ ਬੁੱਧੀ ਵੀ ਤਾਂ ਤੁਸੀਂ ਪਹਿਲਾਂ ਸਾਨੂੰ ਦਿੱਤੀ ਹੋਈ ਹੈ। ਉਹ ਵੀ ਤਾਂ ਸਾਨੂੰ ਪਹਿਲਾਂ ਬੁੱਧੀ ਅਰਪਣ ਕੀਤੀ ਹੋਈ ਹੈ। ਅਬ ਤੁਮ ਧਰਮ ਗਹੋ ਤੇ ਕਾਹੀ। ਤੇ ਹੁਣ ਜੇ ਬੁੱਧੀ ਅਰਪਣ ਹੀ ਕਰ ਦਿੱਤੀ ਹੈ ਤੇ ਫਿਰ ਉਹਦੇ ਨਾਲ ਨਿਸ਼ਚਾ ਕਰਨ ਦਾ ਤੁਹਾਡਾ ਕੋਈ ਹੱਕ ਨਹੀਂ। ਕਿਉਂਕਿ ਗੁਰੂ ਨੂੰ ਦੇ ਦਿੱਤੀ, ਆਪਣੀ ਮੱਤ ਗੁਰੂ ਅੱਗੇ ਰੱਖ ਦਿੱਤੀ ਹੈ, ਆਪਣੀ ਬੁੱਧੀ ਗੁਰੂ ਅੱਗੇ ਅਰਪਣ ਕਰ ਦਿੱਤੀ ਹੈ। ਸੁਨ ਇਵ ਦੋਨੋਂ ਚਿਤਵਨ ਲਾਗੇ। ਸੋਚ ਕੇ ਦੋਵੇਂ ਫਿਰ ਚਿਤਵਨ ਲੱਗੇ। ਮਹਾਰਾਜ ਜੀ ਦੇ ਬਚਨ ਸੁਣ ਕੇ ਵੀ ਵਾਕਈ ਫਿਰ ਚਿਤਵਨੀ ਕਰਨ ਲੱਗੇ। ਜਿਨ ਕੇ ਵੱਡੇ ਭਾਗ ਜਗ ਜਾਗੇ। ਉਹ ਦੋਵੇਂ ਲਾਲ ਨੇ ਗੁਰੂ ਕੇ, ਜਿਨ੍ਹਾਂ ਦੇ ਕੋਈ ਪੂਰਬਲੇ ਜਨਮਾਂ ਦੇ ਭਾਗ ਸਵੱਲੇ ਹੋਏ ਨੇ ਕਿ ਗੁਰੂ ਨਾਨਕ ਸਾਹਿਬ ਆਪ ਉਪਦੇਸ਼ਕ ਬਣ ਕੇ ਉਪਦੇਸ਼ ਦੇ ਰਹੇ ਨੇ। ਪੁਨ ਗੁਰ ਕਹੇ ਜੋ ਚਿਤਵਨ ਧਾਰੀ। ਜਦੋਂ ਇਹ ਚਿਤਵਨ ਲੱਗੇ ਤੇ ਮਹਾਰਾਜ ਜੀ ਕਹਿੰਦੇ ਬਈ ਜਿਹੜੀ ਆ ਤੁਸੀਂ ਚਿਤਵਨਾ ਕਰ ਰਹੇ ਹੋ ਆਪਣੇ ਅੰਦਰ, ਯਹੀ ਧਰਮ ਹੈ ਚਿੱਤ ਮਝਾਰੀ। ਇਹ ਅੰਤਸ਼ਕਰਨ ਦੀ ਇੱਕ ਬਿਰਤੀ ਆ ਚਿੱਤ,
ਉਹਦਾ ਇਹ ਧਰਮ ਹੈ ਕਿ ਚਿਤਵਨੀ ਕਰਨੀ। ਸੋ ਪੀ ਹਮਕੋ ਤੁਮਨੇ ਦੀਨੋ। ਤੇ ਤੁਸੀਂ ਤਾਂ ਆਪਣਾ ਉਹ ਚਿੱਤ ਵੀ ਸਾਨੂੰ ਅਰਪਣ ਕਰ ਬੈਠੇ ਹੋ ਪਹਿਲਾਂ ਅੰਤਸ਼ਕਰਨ ਦੇ ਨਾਲ। ਕਿਉ ਅਬ ਉਰ ਮੈਂ ਚਿਤਵਨ ਕੀਨੋ। ਜੇ ਉਹ ਚਿੱਤ ਵੀ ਸਾਨੂੰ ਤੁਸੀਂ ਅਰਪਣ ਕਰ ਬੈਠੇ ਹੋ ਤੇ ਫਿਰ ਉਹਦੇ ਨਾਲ ਚਿਤਵਨੀ ਕਰਨ ਦਾ ਤੁਹਾਡਾ ਕੋਈ ਹੱਕ ਨਹੀਂ। ਬਹੁਰ ਵਿਚਾਰਤ ਹਉਮੈ ਦੋ। ਫਿਰ ਵਿਚਾਰ ਕਰਨ ਲੱਗੇ ਦੋਵੇਂ ਹਉਮੈ ਕਰਕੇ, ਜਿਹਨੂੰ ਹੰਕਾਰ ਕਹਿੰਦੇ ਹਨ। ਮਨ ਬੁੱਧ ਚਿਤ ਅਰਪੇ ਹਮ ਸੋ। ਹੰਕਾਰ ਕਰਕੇ ਮਨ 'ਚ ਸੋਚਣ ਲੱਗੇ ਵੀ ਅਸੀਂ ਮਨ ਬੁੱਧ ਚਿੱਤ ਗੁਰੂ ਸਾਹਿਬ ਨੂੰ ਅਰਪਣ ਕਰ ਦਿੱਤਾ ਹੈ। ਭਨਤ ਗੁਰੂ ਹਉਮੈ ਤੁਮ ਕੀਨੀ। ਮਹਾਰਾਜ ਜੀ ਕਹਿੰਦੇ ਜਿਹੜਾ ਇਹ ਅਹੰਗ ਭਾਵ ਆਪਣੇ ਹਿਰਦੇ 'ਚ ਤੁਸੀਂ ਕੀਤਾ ਨਾ ਵੀ ਅਸੀਂ ਮਨ ਬੁੱਧ ਚਿੱਤ ਗੁਰੂ ਨੂੰ ਅਰਪਣ ਕਰ ਦਿੱਤਾ ਹੈ। ਸੋ ਤੋ ਹਮਕੋ ਪੂਰਬ ਦੀਨੀ। ਉਹ ਹੰਕਾਰ ਵੀ ਤੁਸੀਂ ਪਹਿਲਾਂ ਸਾਨੂੰ ਭੇਟਾ ਕਰ ਚੁੱਕੇ ਹੋ। ਅੰਤਸ਼ਕਰਨ ਦੀਆਂ 4 ਬਿਰਤੀਆਂ ਨੇ, ਮਨ ਬੁੱਧ ਚਿੱਤ ਤੇ ਅਹੰਕਾਰ। ਉਹ ਚਾਰੇ ਤੁਸੀਂ ਪਹਿਲਾਂ ਸਾਨੂੰ ਅਰਪਣ ਕਰ ਚੁੱਕੇ ਹੋ। ਅੰਤੈ ਕਰਨ ਸਰੂਪ ਸੁਚਾਰੋ। ਇਹ ਅੰਤਸ਼ਕਰਨ ਦੇ 4 ਸਵਰੂਪ ਹਨ। ਸੋ ਦੇ ਡਾਰੋ ਹਿਰਦੇ ਵਿਸਾਰੋ। ਉਹ ਤੁਸੀਂ ਸਾਨੂੰ ਦੇ ਦਿਓ ਚਾਰੇ ਤੇ ਇਹਨਾਂ ਨੂੰ ਆਪਣੇ ਅੰਦਰੋਂ ਛੱਡ ਦਿਓ, ਤਿਆਗ ਦਿਓ। ਇਨ ਤੇ ਪਰੇ ਜੋ ਹੋਏ ਸੰਦੇਹ। ਹੁਣ ਇਸ ਤੋਂ ਪਰੇ ਦੱਸੋ ਕੀ ਸੰਦੇਹ ਹੈ। ਅੰਤਸ਼ਕਰਨ ਸਾਨੂੰ ਦੇ ਦਿੱਤਾ, ਇਸ ਤੋਂ ਪਰੇ ਹੁਣ ਦੱਸੋ ਕੀ ਸੰਦੇਹ ਹੈ। ਕਹੋ ਹਮ ਸੋ ਉੱਤਰ ਅਬ ਲੇਹੋ। ਜੇ ਹੁਣ ਇਸ ਤੋਂ ਪਰੇ ਜਾ ਕੇ ਤੁਹਾਨੂੰ ਕੋਈ ਸੰਦੇਹ ਹੈ ਤਾਂ ਉਹ ਸਾਨੂੰ ਦੱਸੋ, ਉਹਦਾ ਜਵਾਬ ਉਹਦਾ ਉੱਤਰ ਤੁਹਾਨੂੰ ਦੇਵਾਂਗੇ। ਇਸ ਪ੍ਰਕਾਰ ਕੇ ਸੁਨ ਕਰ ਬੈਨਾ। ਇਸ ਤਰ੍ਹਾਂ ਇਹਨਾਂ ਦੇ ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਇੰਦਰਸੈਨ ਤੇ ਭਾਈ ਝੰਡਾ ਬਾਢੀ ਜੀ ਕਰੇ ਵਿਚਾਰ ਜੋ ਇੰਦਰੇ ਸੈਨਾ। ਇੰਦਰਸੈਨ ਜੀ ਆਪਣੇ ਅੰਦਰ ਸੂਖਮ ਬਿਰਤੀ ਨਾਲ ਵਿਚਾਰ ਕਰਨ ਲੱਗੇ। ਬੈਠੇ ਤਬੀ ਲਗੀ ਸਮਾਦਾ। ਜਦੋਂ ਅੰਤਸ਼ਕਰਨ ਤੋਂ ਪਰੇ ਗਏ ਨਾ ਖਾਲਸਾ ਜੀ, ਉੱਥੇ ਜਾ ਕੇ ਆਤਮਾ ਦੀ ਝਲਕ ਦਿਸੀ ਤੇ ਉਹਦੇ 'ਚ ਸਮਾਧੀ ਲੱਗ ਗਈ। ਕਿਉਂਕਿ ਹੁਣ ਉੱਥੇ ਜਾ ਕੇ ਬੋਲਣਾ ਰਹਿ ਨਹੀਂ ਗਿਆ। ਇਹਨੂੰ ਕਹਿੰਦੇ ਨੇ ਗੂੰਗੇ ਨੇ ਮਠਿਆਈ ਖਾਧੀ ਹੈ, ਹੁਣ ਉਹਦਾ ਰਸ ਬੋਲ ਕੇ ਨਹੀਂ ਦੱਸ ਸਕਦਾ। ਖਾਲੀ ਘੜਾ ਹੋਵੇ ਬੋਲੇਗਾ, ਹੁਣ ਭਰ ਗਿਆ, ਹੁਣ ਬੋਲਿਆ ਨਹੀਂ ਜਾਏਗਾ। ਕੋਈ ਸੰਸਾ, ਕਿਉਂਕਿ ਅੰਤਸ਼ਕਰਨ ਤੋਂ ਪਰੇ ਤਾਂ ਫਿਰ ਆਤਮਾ ਹੀ ਆ ਨਾ, ਜਿਹਨੂੰ ਚੇਤਨਾ ਕਹਿੰਦੇ ਆਪਾਂ। ਗੁਰੂ ਸਾਹਿਬ ਨੇ ਹੌਲੇ ਹੌਲੇ ਪਰਦੇ, ਪਹਿਲਾਂ ਧਨ ਦਾ ਪਰਦਾ ਦੂਰ ਕੀਤਾ, ਫਿਰ ਤਨ ਦਾ, ਫਿਰ ਮਨ ਦਾ, ਫਿਰ ਬੁੱਧੀ ਦਾ, ਫਿਰ ਚਿੱਤ ਦਾ, ਫਿਰ ਹੰਕਾਰ ਦਾ। ਇਹ ਸਾਰੇ ਪਰਦੇ ਦੂਰ ਕਰਕੇ ਥੱਲੇ ਆਤਮ ਰਾਮ ਦੇ ਦਰਸ਼ਨ ਕਰਾ ਦਿੱਤੇ ਭਾਈ ਇੰਦਰਸੈਨ। ਜਦੋਂ ਉਹਦੇ ਦਰਸ਼ਨ ਕੀਤੇ, ਉੱਥੇ ਪਹੁੰਚ ਕੇ ਭਾਈ ਇੰਦਰਸੈਨ ਜੀ ਜਦੋਂ ਸ਼ੂਨਿਆ ਅਵਸਥਾ ਹੋ ਗਈ, ਅਫੁਰ, ਜਿਹਨੂੰ ਮਹਾਰਾਜ ਗੁਰੂ ਬਾਬਾ ਜੀ ਕਹਿੰਦੇ ਅੰਤਰ ਸੁੰਨੰ ਬਾਹਰ ਸੁੰਨੰ, ਉਸ ਅਵਸਥਾ ਦੇ ਵਿੱਚ ਜਾ ਕੇ ਭਾਈ ਇੰਦਰਸੈਨ ਜੀ ਪਹੁੰਚ ਗਏ ਔਰ ਸਮਾਧੀ ਲੱਗ ਗਈ। ਪਿਖਿਓ ਆਤਮਾ ਰੂਪੇ ਆਬਾਦਾ। ਆਬਾਦ ਸਵਰੂਪ ਜੋ ਆਤਮਾ ਦਾ ਹੈ ਤਿਸ ਨੂੰ ਵੇਖ ਲਿਆ, ਚੇਤਨਾ ਦੇ ਦਰਸ਼ਨ ਕਰ ਲਏ, ਉਸ ਆਤਮ ਸਵਰੂਪ ਨੂੰ ਅਨੁਭਵ ਕਰ ਲਿਆ, ਸਾਖਸ਼ਾਤਕਾਰ ਕਰ ਲਿਆ। ਇਸ ਬਿਦ ਦੇ ਤਿੰਨ ਕੋ ਉਪਦੇਸ਼ਾ। ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਪਵਿੱਤਰ ਉਪਦੇਸ਼ ਭਾਈ ਇੰਦਰਸੈਨ ਤੇ ਭਾਈ ਝੰਡਾ ਬਾਢੀ ਜੀ ਨੂੰ ਬਖਸ਼ਿਆ। ਇਹ ਤਾਂ ਦੋਵੇਂ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ ਉਪਦੇਸ਼ ਲੈ ਕੇ ਮੁਕਤ ਹੋਏ। ਦਰਅਸਲ ਉਪਦੇਸ਼ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਨੂੰ ਗੁਰਦੇਵ ਨੇ ਬਖਸ਼ਿਆ ਹੈ। ਬੋਲੇ ਬੋਰ ਬਚਨ ਜਗਤੇਸ਼ਾ। ਇਹ ਉਪਦੇਸ਼ ਦੇਣ ਤੋਂ ਬਾਅਦ ਜਗਤ ਦੇ ਈਸ਼ਵਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ, ਅਬ ਏਕੀ ਜੇ ਖਾਨ ਆਹਾਰਾ। ਪ੍ਰਸ਼ਾਦਾ ਪਿਆ ਸੀ ਨਾ, 4 ਹਿੱਸੇ ਪਏ ਸੀ ਭੋਜਨ ਦੇ। ਇੱਕ ਹਿੱਸਾ ਭਾਈ ਮਰਦਾਨਾ ਜੀ ਨੇ ਛਕ ਲਿਆ ਸੀ, 4 ਹਿੱਸੇ ਬਾਕੀ ਪਏ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਵੀ ਹੁਣ ਇਹ ਭੋਜਨ ਛਕੋ। ਮੈਂ ਆਇਸ ਕੋ ਪਾਏ ਵਰਤਾਰਾ। ਭਾਈ ਬਾਲਾ ਜੀ ਕਹਿੰਦੇ ਸਤਿਗੁਰਾਂ ਦੀ ਆਗਿਆ ਲੈ ਕੇ ਮੈਂ ਉਹ ਭੋਜਨ ਵਰਤਾਉਣ ਲੱਗਾ। ਸ਼੍ਰੀ ਗੁਰ ਤਬ ਨਿਜ ਕਰ ਮੈਂ ਲੀਨੋ। ਸਤਿਗੁਰੂ ਜੀ ਨੇ ਭੋਜਨ ਦਾ ਇੱਕ ਹਿੱਸਾ ਆਪਣੇ ਹੱਥਾਂ ਵਿੱਚ ਲਿਆ। ਭਗਤ ਜਾਨ ਨਿਜ ਅਚਵਨ ਕੀਨੋ। ਭਾਈ ਝੰਡੇ ਬਾਢੀ ਨੂੰ ਆਪਣਾ ਭਗਤ ਜਾਣ ਕੇ ਉਹਦੇ ਘਰੋਂ ਆਇਆ ਭੋਜਨ ਸਤਿਗੁਰੂ ਜੀ ਛਕਣ ਲੱਗੇ।
ਨੀਕੋ ਸੰਤ ਹੋਏ ਜੈ ਥਾਈ। ਕਿਉਂਕਿ ਜਿੱਥੇ ਕੋਈ ਭਲਾ ਸੰਤ ਹੁੰਦਾ, ਕੋਈ ਨਾਮ ਜਪਣ ਵਾਲੀ ਰੂਹ ਹੁੰਦੀ ਹੈ, ਤੈਠਾ ਪ੍ਰਭ ਜੀ ਭੋਜਨ ਖਾਈ। ਸਤਿਗੁਰੂ ਜੀ ਉਹਦੇ ਘਰ ਦਾ ਭੋਜਨ ਛਕਦੇ ਐ। ਭਾਈ ਲਾਲੋ ਵਰਗੇ ਨਾਮ ਰਸੀਏ ਗੁਰਸਿੱਖਾਂ ਦੇ ਘਰ ਦਾ ਭੋਜਨ ਸਤਿਗੁਰੂ ਸੱਚੇ ਪਾਤਸ਼ਾਹ ਅੱਜ ਭਾਈ ਝੰਡੇ ਬਾਢੀ ਦੇ ਘਰ ਦਾ ਭੋਜਨ ਛਕ ਰਹੇ ਨੇ। ਨਾ ਤੁਰ ਪੌਨ ਆਹਾਰੀ ਰਹੀ। ਤੇ ਜੇ ਕੋਈ ਨਾਮ ਜਪਣ ਵਾਲੀ ਗੁਰਮੁਖ ਰੰਗ ਰਤੜੀ ਰੂਹ ਨਹੀਂ ਮਿਲਦੀ ਤੇ ਮੇਰੇ ਪਾਤਸ਼ਾਹ ਉਦੋਂ ਤੱਕ ਭੋਜਨ ਹੀ ਨਹੀਂ ਛਕਦੇ, ਪੌਣਹਾਰੀ ਰਹਿੰਦੇ ਹੈ। ਜਦੋਂ ਕੋਈ ਇਹੋ ਜਿਹਾ ਨਾਮ ਰਸੀਆ ਭਜਨੀਕ ਮਿਲ ਜਾਂਦਾ ਤਾਂ ਉਹਦੇ ਘਰ ਦਾ ਭੋਜਨ ਸਵੀਕਾਰ ਕਰਦੇ ਨੇ, ਛਕਦੇ ਨੇ। ਜੋ ਕਿੰਕਰ ਕੇ ਕਲ ਮਲ ਦੈਹੀ। ਐਸੇ ਸਤਿਗੁਰੂ ਜੀ ਜੋ ਆਪਣਿਆਂ ਸੇਵਕਾਂ ਦੇ ਪਾਪ ਕੱਟਣ ਵਾਲੇ ਹਨ। ਅਚਵਿਓ ਅਰਧ ਅਸਨ ਗੁਰ ਜਬਈ। ਜਦੋਂ ਅੱਧਾ ਕ ਭੋਜਨ ਸਤਿਗੁਰੂ ਜੀ ਨੇ ਛਕ ਲਿਆ, ਉਨ ਝੰਡੇ ਕੋ ਦੀਨੋ ਤਬਈ। ਆਪਣੇ ਉਸ ਅੱਧੇ ਭੋਜਨ ਚੋਂ ਅੱਧਾ ਬਚਿਆ ਭੋਜਨ ਭਾਈ ਝੰਡੇ ਬਾਢੀ ਨੂੰ ਦਿੱਤਾ, ਆਪਣਾ ਸੀਤ ਪ੍ਰਸ਼ਾਦ ਦਿੱਤਾ। ਦੋਹਰਾ ਹਿਤ ਕਰ ਕੀਨੋ ਖਾਨ ਤਿਨ। ਖੁੱਲ ਗੇ ਬਿਕਟ ਕਪਾਟ। ਕਹਿੰਦੇ ਭਾਈ ਝੰਡੇ ਬਾਢੀ ਨੇ ਗੁਰਦੇਵ ਦਾ ਪ੍ਰਸ਼ਾਦਾ ਸੀਤ ਛਕਿਆ। ਭਾਈ ਇੰਦਰ ਸੈਨ ਦੀ ਸਮਾਧੀ ਲੱਗੀ ਹੋਈ, ਉਹ ਤਾਂ ਮੁੜ ਕੇ ਸਮਾਧੀ ਚੋਂ ਬਾਹਰ ਨਹੀਂ ਆਏ, ਅਡੋਲ ਬੈਠੇ ਰਹੇ। ਭਾਈ ਝੰਡਾ ਬਾਢੀ ਜੀ ਨੇ ਮਹਾਰਾਜ ਜੀ ਦੇ ਭੋਜਨ ਚੋਂ ਬਚਿਆ ਭੋਜਨ ਸੀਤ ਪ੍ਰਸ਼ਾਦ, ਸਤਿਗੁਰਾਂ ਦਾ ਭੋਗ ਲੱਗਿਆ ਪ੍ਰਸ਼ਾਦ, ਉਹ ਛਕਿਆ। ਜਿਸ ਵੇਲੇ ਛਕਿਆ ਇੱਕ ਕੋਰੀ ਤੋੜ ਕੇ ਮੂੰਹ ਵਿੱਚ ਪਾਈ ਹੈ, ਅੰਦਰ ਨਿਗਲੀ ਹੈ, ਉਸੇ ਵੇਲੇ ਭਾਈ ਝੰਡੇ ਬਾਢੀ ਦੇ ਬੱਜਰ ਕਪਾਟ ਖੁੱਲ ਗਏ। ਸਤਿ ਸ੍ਰੀ ਅਕਾਲ। ਖੁੱਲ ਗਏ ਬਿਕਟ ਕਪਾਟ, ਜਿਹੜੇ ਬੜੇ ਕਰੜੇ ਬੱਜਰ ਕਪਾਟ ਨੇ ਉਹ ਖੁੱਲ ਗਏ। ਪਾਤਸ਼ਾਹ ਦੇ ਬਚਨ ਨੇ ਨਾ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਦਰਸ਼ਨ ਦੀਜੈ ਖੋਲ ਕੇ ਵਾਰ, ਦਰਸ਼ਨ ਦੀਜੈ ਖੋਲ ਕੇ ਵਾਰ। ਕਵਾੜ ਖੋਲ ਦਿੱਤੇ ਪਾਤਸ਼ਾਹ ਨੇ, ਬੱਜਰ ਕਪਾਟ ਖੋਲ ਕੇ ਆਪਣੇ ਆਪੇ ਦੇ ਦਰਸ਼ਨ ਕਰਾ ਦਿੱਤੇ ਭਾਈ ਝੰਡਾ ਬਾਢੀ ਜੀ ਨੂੰ। ਪਰਮ ਮੋਹ ਕੋ ਨਸ਼ਟ ਕੀਏ, ਦ્વੈਤੇ ਸੰਕਰ ਕਾਟ। ਪਰਮ ਤੇ ਮੋਹ ਨੂੰ ਨਸ਼ਟ ਕਰ ਦਿੱਤਾ ਤੇ ਦ્વੈਸ਼ ਦਾ ਜਿਹੜਾ ਸੰਗਲ ਲੱਗਾ ਹੋਇਆ ਸੀ, ਉਹ ਸੰਗਲ ਕੱਟ ਕੇ ਸੁੱਟ ਦਿੱਤਾ ਸਤਿਗੁਰਾਂ ਨੇ। ਜੋ ਪਈ ਟਿਕ ਗਈ ਬ੍ਰਿਤ ਸਮਾਧ ਲਗਾਈ। ਭਾਈ ਝੰਡਾ ਬਾਢੀ ਜੀ ਦੀ ਬਿਰਤੀ ਟਿਕ ਗਈ, ਇਹਨਾਂ ਦੀ ਵੀ ਸਮਾਧੀ ਲੱਗ ਗਈ। ਪਇਓ ਵਿਦੇ ਨਾ ਸੁਧ ਤਨ ਕਾਈ। ਇਸ ਸਰੀਰ ਤੋਂ ਬਦੇ ਹੋ ਗਏ, ਸਰੀਰ ਦੀ ਕੋਈ ਸੋਝੀ ਨਹੀਂ ਰਹੀ। ਦੋਨੋਂ ਬੈਠੇ ਹੋਏ ਅਡੋਲਾ। ਭਾਈ ਇੰਦਰ ਸੈਨ ਵੀ ਬੈਠੇ, ਸਮਾਧੀ ਉਹਨਾਂ ਦੀ ਵੀ ਲੱਗੀ ਹੋਈ। ਲਾਗੇ ਭਾਈ ਝੰਡਾ ਬਾਢੀ ਜੀ ਵੀ ਬਦੇ ਮੁਕਤ ਹੋ ਗਏ, ਇਹਨਾਂ ਦੀ ਵੀ ਸਮਾਧੀ ਲੱਗੀ ਹੋਈ, ਅਡੋਲ ਬੈਠੇ ਰਹੇ। ਸੁਖ ਆਤਮ ਕੋ ਪਾਏ ਅਮੋਲਾ। ਆਤਮਾ ਦਾ ਅਮੋਲਕ ਸੁਖ ਉਹ ਭਾਈ ਝੰਡਾ ਬਾਢੀ ਤੇ ਭਾਈ ਇੰਦਰ ਸੈਨ ਜੀ ਨੇ ਪ੍ਰਾਪਤ ਕੀਤਾ। ਤੀਨ ਪੈਰ ਬੀਤੇ ਇਸ ਭਾਂਤੀ। ਖਾਲਸਾ ਜੀ ਬੈਠਿਆਂ 1 2 3 ਪੈਰ ਲਗਾਤਾਰ ਨਿਰੰਤਰ ਬੀਤ ਗਏ। 3 ਪੈਰ ਦਾ ਮਤਲਬ 9 ਘੰਟੇ ਬੀਤ ਗਏ, ਇਹਨਾਂ ਦੋਨਾਂ ਦੀ ਸਮਾਧੀ ਲੱਗੀ ਹੋਈ। ਐਸੇ ਸਰੂਪ ਵਿੱਚ ਜਾ ਟਿਕੇ ਨੇ ਜਿੱਥੇ ਕੋਈ ਫੁਰਨਾ ਹੀ ਨਹੀਂ ਹੈ, ਜਿੱਥੇ ਕੋਈ ਸੰਕਲਪ ਵਿਕਲਪ ਹੀ ਨਹੀਂ, ਜਿੱਥੇ ਦੇਸ਼ ਕਾਲ ਵਸਤੂ ਇਹ ਤਿੰਨੇ ਬਿਸਿਮਰਤੀ ਹੋ ਗਏ ਨੇ। ਤਿੰਨਾਂ ਦਾ ਹੀ ਕੋਈ ਬੋਧ ਨਹੀਂ, ਨਾ ਪਤਾ ਕਿੱਥੇ ਬੈਠੇ ਆ, ਦੇਸ਼ ਦਾ ਨਹੀਂ ਪਤਾ, ਨਾ ਕਾਲ ਕਿੰਨਾ ਟਾਈਮ ਬੀਤ ਗਿਆ ਨਹੀਂ ਪਤਾ, ਨਾ ਵਸਤੂ ਸਰੀਰ ਦਾ ਪਤਾ ਹੈ। ਇੱਕ ਐਸੇ ਨਿਰਾਕਾਰ ਸਰੂਪ ਵਿੱਚ ਜਾ ਟਿਕੇ ਨੇ, ਤਕਰੀਬਨ 3 ਪਹਿਰ ਦਾ ਸਮਾਂ, 9 ਘੰਟੇ ਦਾ ਸਮਾਂ ਬੀਤ ਗਿਆ। ਰਹਿ ਗਈ ਏਕ ਜਾਮ ਜਬ ਰਾਤੀ। ਅੰਮ੍ਰਿਤ, ਕਿਉਂਕਿ ਰਾਤ ਦਾ ਸਮਾਂ ਰਾਤ ਦੇ ਸਮੇਂ ਹੀ ਵਿਚਾਰਾਂ ਹੋਈਆਂ ਨੇ।
ਇੱਕ ਪੈਰ ਜਦੋਂ ਰਾਤ ਰਹਿ ਗਈ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਉਠ ਕਰ ਕੀਨੋ ਗੁਰੂ ਇਸ਼ਨਾਨਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪੈਰ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਪਾਨ ਕੀਤਾ। ਪੋਰੋ ਸ਼੍ਰੀ ਸੂਰਜ ਪ੍ਰਗਟਾਨਾ। ਫਿਰ ਇੰਨੇ ਨੂੰ ਸੂਰਜ ਉਦੇ ਹੋ ਗਿਆ। ਤਿਨੇ ਬੁਲਾਏ ਸਮਾਦ ਛੁਟਾਈ। ਮਹਾਰਾਜ ਜੀ ਨੇ ਆਵਾਜ਼ ਮਾਰੀ, ਆਖਿਆ ਭਾਈ ਇੰਦਰ ਸੈਨ, ਭਾਈ ਝੰਡਾ ਬਾਡੀ ਜੀ, ਨੇਤਰ ਖੋਲੋ, ਜੋ ਅੰਦਰ ਵੇਖ ਰਹੇ ਹੋ ਬਾਹਰ ਵੀ ਉਹੀ ਹੈ। ਗੁਰਦੇਵ ਦੇ ਬਚਨ ਸੁਣਦਿਆਂ ਇਹਨਾਂ ਦੇ ਨੇਤਰ ਖੁੱਲੇ ਨੇ। ਹੁਣ ਤਾਂ ਰਾਸੀ ਕੁਝ ਹੋਰ ਹੈ। ਬਿਸਮ 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 ਹੀ ਭਈ ਹੈ, ਲਾਲ ਗੁਲਾਲ ਰੰਗਾਰ ਹੈ। ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੂੰਗਾ ਮੁਸਕਾਰ ਹੈ। ਇਹੋ ਜੀ ਅਵਸਥਾ ਵਿੱਚ ਟਿਕ ਗਏ, ਨੇਤਰ ਖੋਲੇ ਮਹਾਰਾਜ ਜੀ ਦੇ ਬਚਨ ਸੁਣ ਕੇ। ਮ੍ਰਿਦੁਲ ਗਿਰਾ ਬੋਲੇ ਜਗ ਸਾਈ। ਗੁਰਦੇਵ ਨੂੰ ਨਮਸਕਾਰ ਕੀਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਮਿਰਦਲ ਕੋਮਲ ਮਿੱਠੇ ਮਿੱਠੇ ਬੋਲ ਬੋਲੇ। ਇੰਦਰ ਸੈਨ ਮੰਜੀ ਅਬ ਲੀਜੈ। ਮਹਾਰਾਜ ਜੀ ਕਹਿੰਦੇ, ਭਾਈ ਇੰਦਰ ਸੈਨ, ਅਸੀਂ ਆਪਣੇ ਦਰ ਘਰ ਦੀ ਪ੍ਰਚਾਰਕ ਦੀ ਮੰਜੀ ਤੁਹਾਨੂੰ ਦੇਣ ਲੱਗੇ ਹਾਂ। ਇਹ ਮੰਜੀ ਮਤਲਬ ਪ੍ਰਚਾਰ ਕਰਨਾ, ਤੁਸੀਂ ਜੋ ਮਾਣਿਆ ਇਹਦਾ ਪ੍ਰਚਾਰ ਕਰਨਾ। ਹੁਣ ਅੱਗੇ ਇਹ ਹੋਰਨਾਂ ਵਿੱਚ ਵੀ ਵੰਡਣਾ ਹੈ ਖਜ਼ਾਨਾ। ਮਹਾਰਾਜ ਜੀ ਕਹਿੰਦੇ, ਭਾਈ ਇੰਦਰ ਸੈਨ, ਹੁਣ ਅਸੀਂ ਤੁਹਾਨੂੰ ਮੰਜੀ ਦੇਵਾਂਗੇ ਪ੍ਰਚਾਰ ਕਰਨ ਦੀ। ਪੁਰ ਕੋ ਗੁਰੋਏ ਰਹਿਨ ਕਰੀਜੈ। ਇਸ ਨਗਰ ਦੇ ਆਗੂ ਬਣ ਕੇ ਹੁਣ ਤੁਸੀਂ ਇੱਥੇ ਰਹਿਣਾ ਹੈ। ਹਾਥ ਬੰਦ ਦਵੈ ਬਿਨੇ ਬਖਾਨੀ। ਦੋਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਭੋ ਕਰਤਾਰ ਰੂਪ ਗੁਣ ਖਾਨੀ। ਹੇ ਕਰਤਾਰ ਸਵਰੂਪ, ਹੇ ਗੁਣਾ ਦੀ ਖਾਨ ਗਰੀਬ ਨਵਾਜ ਜੀ, ਅਬ ਮੁਝ ਰਹੀ ਨ ਲਾਲਸ ਐਸੀ। ਭਾਈ ਇੰਦਰ ਸੈਨ ਜੀ ਕਹਿੰਦੇ, ਮਹਾਰਾਜ ਮੈਨੂੰ ਕੋਈ ਲਾਲਸਾ ਨਹੀਂ ਰਹੀ। ਮੈਨੂੰ ਕਿਸੇ ਮੰਜੀ ਦੀ, ਕਿਸੇ ਹੋਰ ਪ੍ਰਕਾਰ ਦੀ ਕੋਈ ਲਾਲਸਾ ਨਹੀਂ ਰਹੀ। ਆਇਸ ਆਪ ਕਰਤੈ ਜੈਸੀ। ਜਿਸ ਤਰ੍ਹਾਂ ਦੀ ਆਗਿਆ ਆਪ ਜੀ ਕਰ ਰਹੇ ਹੋ, ਇਹਦੀ ਮੈਨੂੰ ਕੋਈ ਲਾਲਸਾ ਨਹੀਂ ਰਹੀ। ਤੀਨ ਕਾਲ ਜਗ ਜਾਨੋ ਨਾਈ। ਮਹਾਰਾਜ ਕਾਦੀ ਲਾਲਸਾ ਕਰਨੀ, ਤਿੰਨਾਂ ਕਾਲਾਂ 'ਚ ਜਗਤ ਹੈ ਹੀ ਨਹੀਂ। ਨਾ ਇਹ ਪਹਿਲਾਂ ਸੀ, ਨਾ ਹੁਣ ਹੈ, ਤੇ ਨਾ ਅੱਗੇ ਰਹਿਣ ਵਾਲਾ ਹੈ। ਤੇ ਮਹਾਰਾਜ ਇਹਦੀ ਮੈਂ ਲਾਲਸਾ ਹੀ ਕੀ ਕਰਨੀ ਹੈ, ਜਿਹੜਾ ਹੈ ਹੀ ਨਹੀਂ ਤਿੰਨਾਂ ਕਾਲਾਂ 'ਚ। ਜਿਹੜੀ ਵਸਤੂ ਹੋਵੇ ਹੀ ਨਾ, ਉਹਦੀ ਲਾਲਸਾ ਕਰ ਸਕਦੇ ਆਪਾਂ? ਅਸੀਂ ਕਾਹਦੀ ਲਾਲਸਾ ਕਰਦੇ ਹਾਂ? ਜੋ ਹੈ, ਜੋ ਸਾਨੂੰ ਦਿਸਦਾ। ਜਿਹੜਾ ਮਹਾਰਾਜ ਹੈ ਹੀ ਨਹੀਂ, ਉਹਦੀ ਲਾਲਸਾ ਕੀ ਕਰਨੀ ਹੋਈ? ਹਾਂਜੀ, ਜਿਉ ਸ਼ਿਆਮਤਾ ਕੱਜਲ ਮਾਈ। ਜਿਵੇਂ ਕੱਜਲ ਦੇ ਵਿੱਚ ਕਾਲਾ ਰੰਗ ਹੁੰਦਾ ਹੈ, ਸਰਬਮਈ ਪਰਮਾਤਮ ਏਕਾ। ਜਿਵੇਂ ਕੱਜਲ ਦੇ ਵਿੱਚ ਉਹਦਾ ਕਾਲਾ ਰੰਗ ਉਹਦੇ ਵਿੱਚ ਹੀ ਮਿਲਿਆ ਹੁੰਦਾ ਨਾ, ਉਹਦੇ ਤੋਂ ਵੱਖਰਾ ਨਹੀਂ ਹੁੰਦਾ। ਇਸੇ ਤਰ੍ਹਾਂ ਪਰਮਾਤਮਾ ਸਰਬਮਈ ਹੋ ਕੇ ਸਭ ਦੇ ਵਿੱਚ ਵਸ ਰਿਹਾ ਹੈ। ਸਰਬਾਤਮ ਹੈ, ਕਲਗੀਧਰ ਦੇ ਬਚਨ, ਸਰਬਾਤਮ ਹੈ, ਜੋ ਸਾਰਿਆਂ ਦੀ ਆਤਮਾ ਬਣ ਕੇ ਸਾਰਿਆਂ ਵਿੱਚ ਵਸਦਾ ਹੈ। ਪਾਵਾ ਤੁਮ ਤੇ ਐਸ ਬਬੇਕਾ। ਮਹਾਰਾਜ ਐਸਾ ਵਿਵੇਕ ਤੁਹਾਡੇ ਕੋਲੋਂ ਮੈਨੂੰ ਪ੍ਰਾਪਤ ਹੋ ਗਿਆ ਹੈ। ਨਿਸ਼ਚਾ ਦ੍ਰਿੜ ਜਬ ਤਿਨੇ ਲਖਾਇਆ। ਜਦੋਂ ਸਤਿਗੁਰੂ ਜੀ ਨੇ ਇਹਨਾਂ ਦਾ ਦ੍ਰਿੜ ਨਿਸ਼ਚਾ ਵੇਖਿਆ, ਮੰਜੀ ਪਰ ਝੰਡਾ ਬੈਠਾਇਆ। ਵੇਖਿਆ ਕਿ ਇੰਦਰ ਸੈਨ ਨੂੰ ਕੋਈ ਕਾਂਖਾ ਨਹੀਂ ਰਹੀ, ਤਾਂ ਮਹਾਰਾਜ ਜੀ ਨੇ ਭਾਈ ਝੰਡਾ ਬਾਡੀ ਜੀ ਨੂੰ ਮੰਜੀ ਦਿੱਤੀ ਹੈ ਕਿ ਤੁਸੀਂ ਮੰਜੀ ਤੇ ਬਹਿ ਕੇ ਪ੍ਰਚਾਰ ਕਰਨਾ। ਪ੍ਰਚਾਰਕ ਦੀ ਮੰਜੀ ਹੈ, ਗੁਰਤਾ ਗੱਦੀ ਨਹੀਂ ਹੈ। ਇਹਨੂੰ ਪ੍ਰਚਾਰਕ ਦੀ ਮੰਜੀ ਗੁਰੂ ਨਾਨਕ ਸਾਹਿਬ ਨੇ ਵੀ ਦਿੱਤੀਆਂ ਨੇ ਮੰਜੀਆਂ, ਗੁਰੂ ਅਮਰਦਾਸ ਸਾਹਿਬ ਨੇ ਵੀ ਬਖਸ਼ੀਆਂ। ਤੋ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਦਇਆ ਕੀਤੀ, ਤਰਸ ਕੀਤਾ, ਭਾਈ ਝੰਡਾ ਬਾਡੀ ਜੀ ਨੂੰ ਆਪਣੇ ਦਰ ਘਰ ਦੇ ਪ੍ਰਚਾਰਕ ਦੀ ਮੰਜੀ ਦਿੱਤੀ ਹੈ। ਸਰਬ ਦੇਸ਼ ਕੋ ਸਤਿਗੁਰ ਕਰ ਕੈ। ਔਰ ਉਸ ਸਾਰੇ ਇਲਾਕੇ ਦਾ ਆਗੂ ਮੁਖੀ ਬਣਾ ਦਿੱਤਾ ਭਾਈ ਝੰਡਾ ਬਾਡੀ ਜੀ ਨੂੰ। ਪੁਰ ਕੋ ਪਠਾਰ ਜਾਏ ਉਚਰ ਕੈ। ਔਰ ਆਗਿਆ ਦੇ ਕੇ, ਹੁਕਮ ਦੇ ਕੇ, ਖਾਲਸਾ ਜੀ, ਗੁਰੂ ਸਾਹਿਬ ਜੀ ਆਪ ਜਿਨ੍ਹਾਂ ਤੇ ਸਿਰ ਤੇ ਹੱਥ ਧਰ ਕੇ ਆਪਣੇ ਪ੍ਰਚਾਰਕ ਦਾ ਮੰਜੀ ਦੇ ਕੇ ਸਨਮਾਨ ਦਿੰਦੇ, ਉਹੀ ਗੁਰੂ ਘਰ ਦਾ ਪ੍ਰਚਾਰ ਪ੍ਰਸਾਰ ਕਰਦਾ। ਇਹਦੇ ਵਿੱਚ ਇੱਕ ਬੜਾ ਵੱਡਾ ਸੰਕੇਤ ਕਿ ਆਪੋ ਹੀ ਕੋਈ ਆਪਣੀ ਮਰਜ਼ੀ ਦੇ ਨਾਲ ਪ੍ਰਚਾਰਕ ਬਣ ਕੇ ਪ੍ਰਚਾਰ ਕਰਦਾ, ਫਿਰ ਉਹਦੇ ਵਿੱਚ ਕੱਚਾ ਪਿੱਲਾ ਪ੍ਰਚਾਰ ਹੁੰਦਾ ਹੈ। ਜਿਹਦੇ ਤੇ ਗੁਰੂ ਸਾਹਿਬ ਜੀ ਦੀ ਪ੍ਰਮਾਣਿਕਤਾ ਦੀ ਮੋਹਰ ਲੱਗ ਜਾਏ,
ਗੁਰੂ ਸਾਹਿਬ ਆਪ ਮੋਹਰ ਲਾ ਕੇ ਜਦੋਂ ਸਤਿਗੁਰੂ ਜੀ ਆਪ ਆਪਣੇ ਦਰੋਂ ਘਰੋਂ ਟੋਰਦੇ ਐ, ਫਿਰ ਉਹਦੇ ਬਚਨਾਂ ਵਿੱਚ ਗੁਰੂ ਕੀ ਕਲਾ ਵਰਤਦੀ ਹੈ। ਖਾਲਸਾ ਜੀ, ਜਦੋਂ ਕਿਸੇ ਸੰਪਰਦਾਇ ਪਾਸ, ਜਦੋਂ ਕਿਸੇ ਉਸਤਾਦ ਪਾਸ, ਕਿਸੇ ਸੰਪਰਦਾ ਵਿੱਚ ਰਹਿ ਕੇ ਵਿਦਿਆ ਪੜ੍ਹੀ ਜਾਂਦੀ ਹੈ ਤਾਂ ਉਹਦੇ ਤੇ ਗੁਰੂ ਸਾਹਿਬ ਜੀ ਦੀ ਪ੍ਰਮਾਣਿਕਤਾ ਦੀ ਮੋਹਰ ਲੱਗਦੀ ਹੈ। ਹੁਣ ਜੇ ਕੋਈ ਆਖੇ ਜੀ ਮੈਂ ਛੋਟਾ ਹੁੰਦਾ ਸਾਂ ਤੇ ਛੋਟੇ ਹੁੰਦਿਆਂ ਬਸ ਜੀ ਆਪੇ ਹੀ ਸੁਣ ਸੁਣ ਕੇ ਮੈਂ ਕਥਾ ਕਰਨ ਲੱਗ ਪਿਆ, ਸੁਣ ਸੁਣ ਕੇ ਜੀ ਮੈਂ ਬੋਲਣ ਲੱਗ ਪਿਆ, ਸਾਡੇ ਪਿੰਡ ਦੇ ਕਿਸੇ ਪ੍ਰਧਾਨ ਕਿਹਾ ਵੀ ਤੂੰ ਬੋਲ ਤੇ ਮੈਂ ਬੋਲਣਾ ਸ਼ੁਰੂ ਕੀਤਾ ਤੇ ਇਦਾਂ ਮੈਨੂੰ ਕਥਾ ਕਰਨੀ ਆ ਗਈ, ਇਦਾਂ ਬੋਲਦਿਆਂ ਬੋਲਦਿਆਂ ਉਹ ਫਿਰ ਕੀ ਕਰਦੇ ਆ ਤੁਹਾਡੇ ਸਾਹਮਣੇ, ਕਿੱਦਾਂ ਦਾ ਰੋਲ ਘਚੋੜਾ ਸੰਸਾਰ ਦੇ ਵਿੱਚ ਫੈਲਾਉਂਦੇ ਆ। ਕਿਉਂਕਿ ਕਿਸੇ ਉਸਤਾਦ ਦਾ, ਕਿਸੇ ਸੰਪਰਦਾਇ ਦਾ, ਕਿਸੇ ਪ੍ਰਿੰਸੀਪਲ ਦਾ ਉਹਦੇ ਤੇ ਕਿਸੇ ਪ੍ਰਕਾਰ ਦਾ ਕੋਈ ਵੀ ਕਿਸੇ ਪ੍ਰਕਾਰ ਦਾ ਅਸਰ ਨਹੀਂ ਹੁੰਦਾ। ਆਪੋ ਬਣਿਆ ਪ੍ਰਚਾਰਕ ਹੁੰਦਾ ਹੈ। ਜਿਹੜਾ ਆਪੋ ਬਣਿਆ ਪ੍ਰਚਾਰਕ ਹੁੰਦਾ ਹੈ ਉਹ ਫਿਰ ਰੋਲ ਘਚੋਲਾ ਹੀ ਪਾਉਂਦਾ ਸੰਸਾਰ ਵਿੱਚ, ਕਿਉਂਕਿ ਉਹਦਾ ਆਪਣਾ ਇੱਕ ਨਿਸ਼ਚਾ ਨਹੀਂ ਹੁੰਦਾ ਕਿ ਮੈਂ ਕੀ ਗੱਲ ਕਰਨੀ ਹੈ। ਉਹ ਆਪਣੇ ਨਿਸ਼ਚੇ ਤੋਂ ਹੀ ਡੋਲਿਆ ਫਿਰਦਾ ਹੁੰਦਾ ਹੈ। ਇਸ ਕਰਕੇ ਪੁਰਾਤਨ ਸਮੇਂ ਤੋਂ ਇਹ ਸਾਡੀ ਪਰੰਪਰਾ ਗੁਰੂ ਨਾਨਕ ਸਾਹਿਬ ਦੇ ਘਰ ਦੀ ਹੈ ਕਿ ਸਤਿਗੁਰਾਂ ਦੇ ਦਰ ਘਰ ਦੇ ਵਿੱਚ ਰਹਿ ਕੇ ਗੁਰਦੇਵ ਦੀ ਗੁਰਬਾਣੀ ਦਾ ਅਧਿਐਨ ਕਰਨਾ, ਕਿਸੇ ਚੰਗੇ ਉਸਤਾਦ ਪਾਸ ਬੈਠ ਕੇ ਗੁਰਬਾਣੀ ਨੂੰ ਪੜ੍ਹਨਾ, ਉਹਨੂੰ ਵਿਚਾਰਨਾ, ਫਿਰ ਉਹਦੇ ਪਾਸ ਰਹਿ ਕੇ ਸੇਵਾ ਸਿਮਰਨ ਦੀ ਜੁਗਤ ਦੇ ਵਿੱਚ ਪ੍ਰਵਿਰਤ ਹੋਣਾ, ਫਿਰ ਪ੍ਰਚਾਰ ਪ੍ਰਸਾਰ ਵਾਲੇ ਪਾਸੇ ਨੂੰ ਟੁਰਨਾ। ਇਹ ਕਮੀ ਅੱਜ ਸਾਡੇ ਸਾਰੇ ਪ੍ਰਚਾਰਕਾਂ ਵਿੱਚ ਆ ਰਹੀ ਹੈ। ਗੁਰੂ ਸਾਹਿਬ ਬਕਾਇਦਾ ਵੇਖੋ, ਪ੍ਰਚਾਰਕ ਭਾਈ ਝੰਡੇ ਬਾਢੀ ਵਰਗਾ ਪ੍ਰਚਾਰਕ, ਜਿਸ ਦੇ ਅੰਦਰ ਨਿਰਾਕਾਰ ਬਿਰਤੀ ਬਣ ਗਈ ਹੈ, ਨਿਰੰਕਾਰ ਵਿੱਚ ਭੇਦ ਹੋ ਗਏ। ਜਿਵੇਂ ਭਾਈ ਸਾਲ ਸਰਾਏ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਪਿੱਛੇ ਮੰਜੀ ਪਟਨਾ ਸਾਹਿਬ ਦੀ ਧਰਤੀ ਤੇ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਝੰਡਾ ਬਾਢੀ ਜੀ ਨੂੰ ਪ੍ਰਚਾਰਕ ਦੀ ਮੰਜੀ ਦੇ ਕੇ ਇਹ ਸਾਰੇ ਇਲਾਕੇ ਦਾ ਆਗੂ ਬਣਾਇਆ ਕਿ ਤੁਸੀਂ ਹੁਣ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਭਾਈ ਪ੍ਰਗਟ ਸਭ ਨਗਰ ਮਝਾਰੂ, ਸਾਰੇ ਨਗਰ ਚ ਭਾਈ ਝੰਡਾ ਬਾਢੀ ਜੀ ਦੀ ਇਹ ਮੰਜੀ ਪ੍ਰਗਟ ਹੋਈ। ਮਨੁਜ ਪਰਸ ਪਰ ਕਰਤੇ ਉਚਾਰੂ, ਲੋਕ ਆਪਸ ਵਿੱਚ ਗੱਲਾਂ ਕਰਦੇ ਵਿਚਾਰਾਂ ਕਰਦੇ ਹਨ। ਹੋਈ ਸੁਦਰ ਸੈਨ ਸੁਧ ਐਸੀ, ਉਧਰ ਰਾਜੇ ਸੁਦਰ ਸੈਨ ਨੂੰ, ਜਿਹੜਾ ਇਸ ਨਗਰ ਦਾ ਰਾਜਾ ਸੀ, ਇੰਦਰ ਸੈਨ ਦਾ ਮਾਮਾ ਸੀ, ਰਾਜੇ ਸੁਦਰ ਸੈਨ ਨੂੰ ਖਬਰ ਹੋਈ ਤਪਾ ਸਾਧਕੋ ਬਾਹਰ ਬੈਸੀ, ਕਿ ਸਾਡੇ ਨਗਰ ਵਿੱਚ ਕੁਝ ਦਿਨ ਪਹਿਲਾਂ ਇੱਕ ਤਪਾ ਨਾਨਕ ਸਾਧ ਹੈ ਕੋਈ ਆਇਆ ਹੋਇਆ। ਰਾਜੇ ਸੁਦਰ ਸੈਨ ਨੂੰ ਪਤਾ ਲੱਗਾ ਕਿ ਸਾਡੇ ਨਗਰ ਵਿੱਚ ਕੁਝ ਦਿਨ ਪਹਿਲਾਂ ਇੱਕ ਨਾਨਕ ਤਪਾ ਨਾਮ ਦਾ ਸਾਧੂ ਆਇਆ ਹੋਇਆ ਹੈ। ਝੰਡੇ ਕੋ ਸਤਿਗੁਰੂ ਬਣਾਇਆ, ਉਹਨਾਂ ਨੇ ਭਾਈ ਝੰਡੇ ਬਾਢੀ ਨੂੰ ਆਪਣਾ ਪ੍ਰਚਾਰਕ ਬਣਾਇਆ, ਸਾਰੇ ਇਲਾਕੇ ਦਾ ਆਗੂ ਬਣਾਇਆ ਧਰਮ ਦਾ। ਸੁਨ ਨਰੇਸ਼ ਨਰ ਏਕ ਪਠਾਇਆ, ਰਾਜੇ ਸੁਦਰ ਸੈਨ ਨੇ ਉਸੇ ਵੇਲੇ ਸੁਣ ਕੇ ਸਤਿਗੁਰਾਂ ਬਾਰੇ ਆਪਣਾ ਇੱਕ ਨੌਕਰ, ਆਪਣਾ ਇੱਕ ਅਹਿਲਕਾਰ ਸਤਿਗੁਰਾਂ ਕੋਲ ਭੇਜਿਆ। ਝੰਡਾ ਇੰਦਰ ਸੈਨ ਤੈ ਕਾਲਾ, ਭਾਈ ਝੰਡਾ ਤੇ ਭਾਈ ਇੰਦਰ ਸੈਨ ਜੀ ਉਸ ਵਕਤ ਬੈਠੇ ਦਰਸੇ ਦੀਨ ਦਿਆਲਾ, ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਹੀ ਬੈਠੇ ਸੀ ਦੋਵੇਂ, ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਸਨ। ਮਾਨਵੇ ਆਵਤ ਵਾਕੇ ਅਲਾਵਾ, ਇੰਨੇ ਨੂੰ ਰਾਜੇ ਸੁਦਰ ਸੈਨ ਦਾ ਨੌਕਰ ਪਹੁੰਚਿਆ ਤੇ ਆ ਕੇ ਬੋਲਿਆ, ਕੌਣ ਤਪਾ ਤੁਮ ਵਿਖੇ ਕਹਾਵਾ, ਆ ਕੇ ਬੋਲਿਆ ਕਿਉਂਕਿ ਉੱਥੇ ਭਾਈ ਬਾਲਾ ਜੀ ਵੀ ਬੈਠੇ ਐ, ਭਾਈ ਮਰਦਾਨਾ ਜੀ ਵੀ ਬੈਠੇ ਐ, ਰਾਜਾ ਇੰਦਰ ਸੈਨ ਵੀ ਬੈਠਾ ਹੈ, ਇਸੇ ਤਰ੍ਹਾਂ ਭਾਈ ਝੰਡਾ ਬਾਢੀ ਜੀ ਵੀ ਬੈਠੇ। ਉਹ ਨੌਕਰ ਆਇਆ ਰਾਜੇ ਸੁਦਰ ਸੈਨ ਦਾ, ਕਹਿੰਦਾ ਜੀ ਤੁਹਾਡੇ ਚੋਂ ਨਾਨਕ ਤਪਾ ਕਿਹੜਾ ਬਈ? ਹੁਣ ਤਾਂ ਰਾਜੇ ਦਾ ਨੌਕਰ ਸੀ, ਉਹਨੇ ਤਾਂ ਉਸ ਇਲਾਕੇ ਉਸ ਹਿਸਾਬ ਨਾਲ ਬੋਲਣਾ ਸੀ। ਕਹਿੰਦਾ ਬਈ ਤੁਹਾਡੇ ਵਿੱਚੋਂ ਨਾਨਕ ਤਪਾ ਕੌਣ ਹੈ? ਨਾਮ ਆਏ ਸ਼੍ਰੀ ਨਾਨਕ ਜਾਂ ਕੋ, ਜਿਹਦਾ ਨਾਮ ਨਾਨਕ ਹੈ ਉਹ ਤਪਾ ਕੌਣ ਹੈ ਤੁਹਾਡੇ ਚੋਂ? ਨਿਰਪਤ ਬੁਲਾਵਤ ਹੈ ਅਬ ਤਾਂ ਕੋ, ਸਾਡੇ ਨਗਰ ਦਾ ਰਾਜਾ ਸੁਦਰ ਸੈਨ ਉਹਨੂੰ ਬੁਲਾ ਰਿਹਾ, ਜਿਹੜਾ ਵੀ ਤੁਹਾਡੇ ਚੋਂ ਨਾਨਕ ਤਪਾ ਹੈ ਉਹਨੂੰ ਸਾਡਾ ਰਾਜਾ ਬੁਲਾ ਰਿਹਾ ਹੈ। ਇੰਦਰ ਸੈਨ ਬੋਲਿਓ ਤੈ ਸਾਥਾ, ਲਾਗੇ ਇੰਦਰ ਸੈਨ ਬੈਠਾ ਸੀ, ਉਹਨੇ ਵੇਖਿਆ ਵੀ ਇਹ ਮੇਰੇ ਸਾਹਿਬ ਦੇ ਨਾਲ ਇਦਾਂ ਬੋਲ ਰਿਹਾ ਆ ਕੇ, ਇਹਨੂੰ ਪਤਾ ਨਹੀਂ ਨਾ ਬਾਰੇ, ਇਹ ਸਤਿਗੁਰਾਂ ਦੀ ਮਹਿਮਾ ਨੂੰ ਨਹੀਂ ਜਾਣਦਾ। ਤੇ ਭਾਈ ਇੰਦਰ ਸੈਨ ਜੀ ਕੋਲੋਂ ਬੋਲੇ, ਮੈਂ ਅਬ ਚਲੋ ਨਿਕਟ ਨਰ ਨਾਥਾ, ਕਹਿਣ ਲੱਗਾ ਠਹਿਰੋ ਭਾਈ,
ਮੈਂ ਚੱਲਦਾ ਤੇਰੇ ਨਾਲ ਰਾਜੇ ਸੁਦਰਸੈਨ ਦੇ ਕੋਲ। ਤੈਂ ਕੋ ਸਭ ਵਿਦ ਕੈ ਸਮਝਾਉ। ਮੈਂ ਜਾ ਕੇ ਉਹਨੂੰ ਸਾਰਾ ਕੁਝ ਸਮਝਾਵਾਂਗਾ ਵੀ ਜਿਨ੍ਹਾਂ ਨੂੰ ਤੂੰ ਬੁਲਾ ਰਿਹਾ ਉਹ ਕੌਣ ਨੇ। ਜਿਵੇਂ ਬੁਲਾ ਰਿਹਾ ਵੀ ਮੇਰੇ ਕੋਲ ਆਓ, ਇਹ ਤੇਰੀ ਸਹੀ ਦਿਸ਼ਾ ਨਹੀਂ, ਉਹਨਾਂ ਨੂੰ ਦੱਸਣਾ ਪਵੇਗਾ ਵੀ ਇਹਨਾਂ ਬਾਰੇ ਕੌਣ ਹਨ। ਬੋਰੋ ਆਪ ਪਾਸ ਚੱਲ ਆਓ। ਇੰਦਰਸੈਨ ਕਹਿਣ ਲੱਗਾ ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਜਾ ਕੇ ਸਮਝਾਉਣਾ ਹਾਂ ਰਾਜੇ ਨੂੰ। ਸ਼੍ਰੀ ਗੁਰ ਪਨੇ ਉਠਿਓ ਤੂੰ ਕੈਸੇ। ਮਹਾਰਾਜ ਜੀ ਕਹਿੰਦੇ ਇੰਦਰਸੈਨ ਤੂੰ ਕਾਹਨੂੰ ਉੱਠਦਾ, ਤੂੰ ਕਿਉਂ ਉੱਠ ਕੇ ਚੱਲਿਆ। ਹਾਂਜੀ ਬੋਰੋ ਆਪ ਪਾਸ ਚੱਲ ਆਓ। ਹਾਂਜੀ ਰਹੋ ਨਚਿੰਤ ਇਹਾਂ ਟਿਗ ਬੈਸੇ। ਮਹਾਰਾਜ ਜੀ ਕਹਿੰਦੇ ਨਿਸ਼ਚਿੰਤ ਹੋ ਕੇ ਬੈਠੇ ਰਹੋ, ਇੱਥੇ ਕੁਝ ਨਹੀਂ ਹੁੰਦਾ। ਇੰਦਰਸੈਨ ਜੀ ਤੁਸੀਂ ਇੱਕਦਮ ਉੱਠ ਕੇ ਕਿਉਂ ਚੱਲੇ ਹੋ। ਇੰਦਰਸੈਨ ਤਵ ਬਚਨੀ ਉਚਾਰਾ। ਭਾਈ ਇੰਦਰਸੈਨ ਜੀ ਬੋਲੇ ਕਹਿਣ ਲੱਗੇ ਏ ਪ੍ਰਭ ਸੁਨੋ ਮੁਕੰਦੇ ਉਦਾਰਾ। ਕਹਿਣ ਲੱਗੇ ਹੇ ਮੁਕਤੀ ਦਾਤੇ ਸਤਿਗੁਰੂ ਜੀ ਸੁਣੋ। ਭੂਪਤ ਮਾਤੁਲ ਲਾਗਤੇ ਹਮਰਾ। ਮਹਾਰਾਜ ਜੀ ਕੋਈ ਗੱਲ ਨਹੀਂ, ਜਿਹੜਾ ਰਾਜਾ ਹੈ ਨਾ ਸੁਦਰਸੈਨ, ਜਿਹੜਾ ਆਪ ਜੀ ਨੂੰ ਬੁਲਾ ਰਿਹਾ, ਤੁਹਾਡੇ ਬਾਰੇ ਜਾਣਦਾ ਨਹੀਂ ਹੋ। ਮਹਾਰਾਜ ਜੀ ਉਹ ਮੇਰਾ ਸੱਕਾ ਮਾਮਾ ਹੈ, ਰਿਸ਼ਤੇਦਾਰੀ ਚੋਂ ਉਹਦੀ ਭੈਣ ਮੇਰੀ ਮਾਤਾ ਹੈ। ਭੇਦ ਨ ਜਾਣ ਸਕੇ ਸੋ ਤੁਮਰਾ। ਮਹਾਰਾਜ ਜੀ ਉਹ ਤੁਹਾਡਾ ਭੇਦ ਨਹੀਂ ਜਾਣਦਾ ਤੇ ਅਣਜਾਣਾ ਵਾਂਗੂ ਬੁਲਾ ਰਿਹਾ। ਉਹਨੂੰ ਤਾਂ ਆਪ ਆਉਣਾ ਚਾਹੀਦਾ ਸੀ ਤੁਹਾਡੇ ਕੋਲ, ਪਰ ਉਹਨੇ ਨੌਕਰ ਭੇਜਿਆ। ਕਹਿੰਦਾ ਆ ਕੇ, ਇਹ ਨੌਕਰ ਨੂੰ ਵੀ ਬੋਲਣ ਦੀ ਤਮੀਜ਼ ਨਹੀਂ। ਇਹ ਆ ਕੇ ਇਦਾਂ ਪੁੱਛਦਾ ਵੀ ਕਿਹੜਾ ਤਪ ਹੈ ਤੁਹਾਡੇ ਚੋਂ ਨਾਨਕ ਜਿਹਦਾ ਨਾਂ ਆ, ਮੇਰੇ ਨਾਲ ਚੱਲੋ, ਰਾਜਾ ਬੁਲਾਉਂਦਾ। ਮਹਾਰਾਜ ਜੀ ਰਾਜੇ ਨੂੰ ਪਤਾ ਹੀ ਨਹੀਂ ਤੁਹਾਡੀ ਮਹਿਮਾ ਦਾ। ਉਹ ਮੇਰਾ ਮਾਮਾ ਹੈ ਰਿਸ਼ਤੇ 'ਚ, ਮੈਂ ਉਹਨੂੰ ਜਾ ਕੇ ਤੁਹਾਡੇ ਬਾਰੇ ਦੱਸਾਂਗਾ, ਸਮਝਾਵਾਂਗਾ। ਆਇਸ ਦੀਜੇ ਤੈਂ ਸਮਝਾਉ। ਮਹਾਰਾਜ ਜੀ ਮੈਨੂੰ ਆਗਿਆ ਦਿਓ, ਮੈਂ ਜਾ ਕੇ ਉਹਨੂੰ ਸਮਝਾ ਕੇ ਆਉਣਾ। ਜੋ ਹੋਏ ਭਲਾ ਸੋ ਰੀਤ ਬਤਾਉ। ਮਹਾਰਾਜ ਜੀ ਕਿਉਂਕਿ ਉਹਨੂੰ ਪਤਾ ਨਹੀਂ ਆਪ ਜੀ ਬਾਰੇ, ਜਿਹੜੀ ਭਲੀ ਰੀਤ ਮਰਿਆਦਾ ਹੋਵੇਗੀ ਉਹਨੂੰ ਸਮਝਾਵਾਂਗਾ। ਦੋਹਰਾ ਲੇ ਰਜਾਏ ਨ੍ਰਿਪ ਟਿਗ ਗਇਓ। ਮਿਲਿਆਸ ਬਚਨ ਉਚਾਰੇ। ਏਦਾਂ ਭਾਈ ਇੰਦਰਸੈਨ ਜੀ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਰਾਜੇ ਸੁਦਰਸੈਨ ਨੂੰ ਖਬਰ ਦੇਣ ਲਈ, ਦੱਸਣ ਲਈ ਕਿ ਜਿਨ੍ਹਾਂ ਨੂੰ ਤੂੰ ਅਣਜਾਣ ਪੁਣੇ ਚ ਇਉਂ ਬੁਲਾਉਣਾ ਉਹ ਕੌਣ ਨੇ। ਉਹ ਦੀਨ ਦੁਨੀਆ ਦੇ ਮਾਲਕ ਆਦ ਸਵੈੰ ਪਾਰ ਬ੍ਰਹਮ ਪਰਮੇਸ਼ਵਰ ਗੁਰੂ ਨਾਨਕ ਰੂਪ ਹੋ ਕੇ ਸੰਸਾਰ 'ਚ ਪ੍ਰਗਟ ਹੋ ਕੇ ਆਏ ਐ। ਇਹ ਦੱਸਣ ਵਾਸਤੇ ਭਾਈ ਇੰਦਰਸੈਨ ਜੀ ਚੱਲ ਪਏ। ਸ਼ਰਨ ਗਹੋ ਤੈ ਸੰਤ ਕੀ ਲਖ ਸਰੂਪ ਕਰਤਾਰ। ਕਹਿੰਦੇ ਜਾ ਕੇ ਦੱਸਣ ਵਾਸਤੇ ਪਹੁੰਚੇ ਵੀ ਉਹਨਾਂ ਨੂੰ ਦੱਸਾਂ ਕਿ ਉਹ ਮਹਾਨ ਸੰਤ ਨੇ। ਉਹਨਾਂ ਦੀ ਸ਼ਰਨ 'ਚ ਪੈ ਕੇ ਕਰਤਾਰ ਨੂੰ ਜਾਣਨ ਦਾ ਯਤਨ ਕਰ। ਜੋ ਪਈ ਊਨੇ ਪਰੇ ਪਰੇ ਕਰ ਊਨੇ। ਜਾ ਕੇ ਆਖਿਆ ਹੇ ਰਾਜਾ, ਜਿਨ੍ਹਾਂ ਦੇ ਦਰਸ਼ਨਾਂ ਨੂੰ ਤੂੰ ਬੁਲਾਇਆ ਆਪਣੇ ਕੋਲ ਵੀ ਮੇਰੇ ਕੋਲ ਸੱਦ ਕੇ ਲਿਆਓ। ਉਹ ਪਤਾ ਕੌਣ ਨੇ? ਉਹ ਪਾਰ ਬ੍ਰਹਮ ਪਰਮੇਸ਼ਵਰ ਨੇ, ਕਰਤਾਰ ਨੇ। ਉਹ ਖਾਲੀਆਂ ਨੂੰ ਭਰਦਿਆਂ ਦੇਰੀ ਨਹੀਂ ਲਾਉਂਦੇ ਤੇ ਭਰਿਆਂ ਨੂੰ ਖਾਲੀ ਕਰਦਿਆਂ ਵੀ ਦੇਰੀ ਨਹੀਂ ਲਾਉਂਦੇ। ਸਤਿ ਸ੍ਰੀ ਅਕਾਲ। ਰੀਤੇ ਭਰੇ ਭਰੇ ਸਖਨਾਵੈ। ਖਾਲੀਆਂ ਨੂੰ ਭਰ ਦਿੰਦੇ ਐ ਤੇ ਭਰਿਆਂ ਨੂੰ ਖਾਲੀ ਕਰ ਦਿੰਦੇ ਐ। ਐਸੇ ਸਰਬ ਕਲਾ ਸਮਰੱਥ ਗੁਰਦੇਵ ਹਨ। ਉਜਰ ਬਸਾਏ ਬਸੇ ਕਰ ਸ਼ੂਨੇ। ਉਜੜਿਆਂ ਨੂੰ ਵਸਾ ਦਿੰਦੇ ਆ, ਦੇਰੀ ਨਹੀਂ ਲਾਉਂਦੇ, ਤੇ ਵਸਦਿਆਂ ਨੂੰ ਜੇ ਕਿਤੇ ਟੇਢੀ ਨਿਗਾਹ ਕਰਕੇ ਵੇਖ ਲੈਣ ਤੇ ਉਜਾੜਦਿਆਂ ਵੀ ਦੇਰੀ ਨਹੀਂ ਲਾਉਂਦੇ। ਉਜੜਿਆਂ ਨੂੰ ਵਸਾ ਦਿੰਦੇ ਆ, ਵਸਦਿਆਂ ਨੂੰ ਉਜਾੜ ਵੀ ਸਕਦੇ ਹਨ। ਲਗੂ ਤੇ ਵੱਡ ਵੱਡ ਤੇ ਲਗੂ ਛਿਨ ਮੈਂ। ਛੋਟੇ ਤੋਂ ਵੱਡਾ ਕਰਦਿਆਂ ਦੇਰੀ ਨਹੀਂ ਲਾਉਂਦੇ ਤੇ ਵੱਡਿਆਂ ਨੂੰ ਛੋਟਾ ਕਰਦਿਆਂ ਵੀ ਦੇਰੀ ਨਹੀਂ ਲਾਉਂਦੇ। ਐਸੇ ਸਮਰੱਥ ਹਨ। ਅਸ ਸਮਰੱਥ ਸਮਝੋ ਨ੍ਰਿਪ ਮਨ ਮੈਂ। ਐਸੇ ਸਮਰੱਥ ਦੇਵ ਨੇ ਗੁਰੂ ਨਾਨਕ ਸਾਹਿਬ। ਹੈ ਰਾਜਾ, ਆਪਣੇ ਮਨ ਚ ਉਹਨਾਂ ਬਾਰੇ ਇਉਂ ਸਮਝ ਲੈ, ਜਾਣ ਲੈ। ਭੂਪ ਕਹੇ ਜੈ ਬਿਦ ਤੁਮ ਕਹਿਓ। ਕਹਿਣ ਲੱਗਾ ਇੰਦਰਸੈਨ ਮੈਨੂੰ ਤਾਂ ਪਤਾ ਹੀ ਨਹੀਂ ਸੀ ਉਹਨਾਂ ਬਾਰੇ, ਮੈਂ ਮਾਫੀ ਚਾਹੁੰਦਾ ਹਾਂ। ਮੈਂ ਤਾਂ ਆਖਿਆ ਕੋਈ ਤਪਾ ਸਾਧ ਹੋਣਾ, ਬੁਲਾ ਲੈਨੇ ਆਪਣੇ ਪਾਸ, ਪਰ ਜੋ ਐਸੇ ਨੇ ਤੇ ਤੂੰ ਦੱਸ ਮੈਂ ਕਿਵੇਂ ਚੱਲ ਕੇ ਮਿਲਾਂ ਉਹਨਾਂ ਨੂੰ। ਭੂਪ ਕਹੈ ਜਿਹ ਬਿਦ ਤੁਮ ਕਹਿਓ। ਹੇ ਇੰਦਰਸੈਨ,
ਜਿਵੇਂ ਤੂੰ ਮੈਨੂੰ ਕਹੇਗਾ ਤੈਂ ਬਿਦ ਜਾਏ ਸ਼ਰਨ ਮੈਂ ਗਹਿ ਹੋਂ। ਮੈਂ ਉਸੇ ਤਰ੍ਹਾਂ ਚੱਲ ਕੇ ਉਹਨਾਂ ਦੀ ਸ਼ਰਨ ਗ੍ਰਹਿਣ ਕਰਾਂਗਾ ਜੈ ਕੀ ਮਹਿਮਾ ਸੁਨੀਅਤ ਭਾਰੀ। ਜਿਨ੍ਹਾਂ ਦੀ ਮਹਿਮਾ ਬੜੀ ਵੱਡੀ ਹੈ, ਬੜੀ ਭਾਰੀ ਹੈ। ਦਰਸ ਕਰਨ ਅਭਿਲਾਖ ਹਮਾਰੀ। ਉਹਨਾਂ ਦੇ ਦਰਸ਼ਨ ਕਰਨ ਦੀ ਅਭਿਲਾਖਾ ਹੈ ਮੈਨੂੰ, ਮੈਂ ਤਿਨਾਂ ਦੇ ਦਰਸ਼ਨਾਂ ਨੂੰ ਜਾਵਾਂਗਾ। ਭਾਈ ਇੰਦਰ ਸੈਨ ਜੀ ਦੱਸ ਰਹੇ ਨੇ ਕਿਵੇਂ ਜਾਣਾ। ਰਾਜਾ ਸੁਧਰ ਸੈਨ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨਾਂ ਨੂੰ ਹਾਜ਼ਰ ਹੋਇਆ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ, ਜਨਮ ਸਾਖੀ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਮੌਸਮ ਦੀ ਤਬਦੀਲੀ ਅਨੁਸਾਰ ਕੱਲ 13 ਤਰੀਕ ਦਿਨ ਐਤਵਾਰ ਤੋਂ ਸ਼ਾਮ ਦੇ ਸਮੇਂ ਵਿੱਚ 15 ਮਿੰਟ ਦੀ ਤਬਦੀਲੀ ਕੀਤੀ ਗਈ ਹੈ। ਕੱਲ ਸ਼ਾਮ ਨੂੰ ਇਤਿਹਾਸ ਦੀ ਜੋ ਕਥਾ ਹੈ ਉਹ 4:30 ਤੋਂ 5:30 ਵਜੇ ਤੱਕ ਹੋਵੇਗੀ। ਹੁਣ 4:15 ਤੋਂ 5:15 ਵਜੇ ਤੱਕ ਦਾ ਸਮਾਂ, ਕੱਲ ਤੋਂ 4:30 ਤੋਂ 5:30 ਵਜੇ ਤੱਕ ਕਥਾ ਗੁਰ ਇਤਿਹਾਸ। ਸੋਦਰ ਦੀ ਚੌਂਕੀ 5:30 ਤੋਂ 6:15 ਵਜੇ ਤੱਕ, ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ 6:15 ਤੋਂ 7 ਵਜੇ ਤੱਕ, ਆਰਤੀ ਕੀਰਤਨ 7 ਤੋਂ 8:10, ਹੁਕਮਨਾਮਾ ਸੁਖਾਸਣ ਤੇ ਸਾਰੀ ਸਮਾਪਤੀ ਜੋ ਹੈ ਸ਼ਬਦ ਚੌਂਕੀ ਦੀ ਸਮੇਤ 8:10 ਤੋਂ ਲੈ ਕੇ 10 ਵਜੇ ਤੱਕ ਹੋਵੇਗੀ। ਕੱਲ ਸ਼ਾਮ ਨੂੰ 15 ਮਿੰਟ ਦੀ ਤਬਦੀਲੀ ਹੈ ਸਮੇਂ ਵਿੱਚ। ਆਪ ਜੀ ਨੇ ਸਮੇਂ ਅਨੁਸਾਰ ਸਤਿਗੁਰੂ ਜੀ ਦੇ ਚਰਨਾਂ 'ਚ ਹਾਜ਼ਰੀਆਂ ਭਰ ਕੇ ਆਪਣਾ ਸਮਾਂ ਤੇ ਸਵਾਸ ਗੁਰੂ ਲੇਖੇ ਲਾ ਕੇ ਸਫਲ ਔਰ ਸਕਾਰਥਾ ਕਰਨਾ ਜੀ। ਵਾਹਿਗੁਰੂ 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 ਹੇ ਅਚੁੱਤ ਹੈ ਪਰ ਬ੍ਰਹਮ ਅਬਨਾਸੀ ਅਗਨਾਸ ਹੇ ਪੁਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਬੇਕ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੇ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਓਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।